सलाम दी मौजज़ाना पैदाइश पैदा होंदे नबूवत दा ऐलान फरमाया, नबी पाक सल्लल्लाहु अलैहि वसल्लम ने पैदा होंदे नहीं फरमाया। किदी फजीलत ज्यादा? ਉਹ ਹਜੇ 10 ਮਿੰਟ ਪਹਿਲੇ ਤੁਹਾਡਾ ਭਰਾ ਇੱਥੇ ਬਹਿ ਕੇ ਕਹਿ ਰਿਹਾ ਸੀ ਕਿ ਹਰ ਨਬੀ ਪੈਦਾਇਸ਼ੀ ਨਬੀ ਹੁੰਦਾ ਹੈ, ਪੈਦਾਇਸ਼ ਤੋਂ ਹੀ नबी ਹੁੰਦਾ ना, लेकिन नबी पाक सल्लल्लाहु अलैहि वसल्लम ने 40 साल बाद ऐलान फरमाया, हज़रत ईसा अलैहिस्सलाम ने पैदा होंदे ही ऐलान फरमाया। जिस तरह गल सुनो ਤੁਹਾਡੇ कौन होया अफजल? ਅੱਛਾ हजरत ईसा ਪੈਦਾ ਹੁੰਦੇ ਹੀ ਨਾਲ ਹੀ ਪੈਦਾ ਹੁੰਦੇ ਨਾਲ ਹੀ ਐਲਾਨ ਕਰਤਾ पैदा होंदे ही ऐलान कीता। नहीं गल सुनो, किथे लिखिਆ ਕਿ ਪੈਦਾ ਹੁੰਦੇ ਨਾਲ ਹੀ ਲਿਖੇ ਕੁਰਾਨ ਚ ਲਿਖਿਆ ਹੋਇਆ, ਪੈਦਾ ਹੁੰਦੇ ਨਾਲ ਕੁਰਾਨ ਚ ਲਿਖਿਆ ਹੋਇਆ ਭਾਈ ਹੈ ਨਾ, ਬਰੇਲਵੀ ਇਹ ਨਹੀਂ ਮੰਨਦੇ ਇਸ ਗੱਲ ਨੂੰ, ਸਾਡੇ ਤੇ ਇਦਾਂ ਹੀ ਹੈ। ਕੁਰਾਨ ਚ ਲਿਖਿਆ ਹੋਇਆ ਕਿ ਪੈਦਾ ਹੁੰਦੇ ਨਾਲ ਹੀ। ਹਾਂਜੀ ਅੱਛਾ ਵਿਖਾਓ। ਵਾਸਤਾ ਜਾਂ ਸ਼ਰਤ ਨਾਲ ਲਾ ਲੈਣਾ, ਮੇਰੀ ਗੱਲ ਸੁਣ ਲਓ, ਅੱਲਾ ਦਾ ਵਾਸਤਾ ਜਾਂ ਸ਼ਰਤ ਨਾਲ ਯਾਰ ਇਹਨੂੰ ਕੱਢ ਕੇ ਵਿਖਾਓ ਜੀ, ਆਇਤ ਕੱਢ ਕੇ ਵਿਖਾਓ ਇਹਨੂੰ। ਆਇਤ ਵਿਖਾਓ, ਪੈਦਾ ਹੁੰਦੇ ਨਾਲ ਹੀ। ਹਾਂਜੀ ਪੈਦਾ ਹੁੰਦੇ ਨਾਲ ਹੀ। ਇਹ ਤੁਹਾਨੂੰ ਇੰਨਾ ਕੁ ਤਾਂ ਤੁਹਾਨੂੰ ਇਲਮ ਹੈਗਾ, ਇੰਨਾ ਕਿ ਤੁਹਾਨੂੰ ਇਲਮ ਹੈਗਾ। ਕੁਰਾਨ ਮਜੀਦ ਚ ਇਹ ਵੀ ਕਿਹਾ ਹੈ ਕਿ ਅੱਲਾਹ ਤਾਲਾ ਨੇ ਕਿ ਜਦੋਂ ਕੰਕਰੀਆਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਸੁੱਟੀਆਂ ਹਨ ਤੇ ਅੱਲਾਹ ਤਾਲਾ ਨੇ ਕਿਹਾ ਸੀ ਉਹ ਤੇਰਾ ਹੱਥ ਨਹੀਂ ਮੇਰਾ ਹੱਥ ਸੀ, ਤੇ ਹੁਣ ਦੱਸੋ ਅੱਲਾਹ ਤਾਲਾ ਦਾ ਹੱਥ ਸੀ? ਇਹਦਾ ਕੀ ਤਾਲੁਕ ਬਣ ਗਿਆ ਜੀ? ਤਾਲੁਕ ਬਣਦਾ ਹੈ ਕਿ ਤੁਸੀਂ ਗੱਲ ਬਣਾਓ ਨਾ, ਉਹ ਅੱਲਾਹ ਤਾਲਾ ਦਾ ਹੱਥ ਸੀ। ਇਹਦਾ ਕੀ ਤਾਲੁਕ ਹੈ? ਗੱਲ ਹੋ ਰਹੀ ਤੁਸੀਂ ਇੱਕ ਪਿਆਰ ਬਣਾਈ ਫਿਰਦੇ ਹੋ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਿਹੜਾ ਉਹਨਾਂ ਦੇ ਗਾਰ ਦੇ ਵਿੱਚ ਗਏ ਤੇ ਉਹਨਾਂ ਦੀ ਫਜ਼ੀਲਤ ਘਟ ਗਈ, ਹਜ਼ਰਤ ਈਸਾ ਅਲੈਹਿਸਸਲਾਮ ਨੂੰ ਉਠਾ ਲਿਆ, ਉਹਨਾਂ ਦੀ ਫਜ਼ੀਲਤ ਵੱਧ ਗਈ। ਤੇ ਜਦੋਂ ਮਨੋ ਸਲਵਾ ਨਾਜ਼ਲ ਹੋਇਆ ਪਿਛਲੀਆਂ ਕੌਮਾਂ ਤੇ, ਸਾਡੇ ਤੇ ਨਹੀਂ ਨਾਜ਼ਲ ਹੁੰਦਾ ਤੇ ਉਹਨਾਂ ਦੀ ਫਜ਼ੀਲਤ ਵੱਧ ਗਈ। ਫਿਰ ਤੁਸੀਂ ਆਪੇ ਹੀ ਕਰਦੇ ਹੋ 2000 ਸਾਲ ਤੋਂ। ਭਾਈ ਮੈਂ ਨਹੀਂ, ਤੁਸੀਂ ਇਹ ਬਣਾਇਆ ਨਾ ਮਿਆਰ, ਤੇ ਹੁਣ ਤੁਸੀਂ ਦੱਸਣਗੇ ਕਿ ਮਨੋ ਸਲਵਾ ਉਹ ਚੀਖਾਂ ਕਿਉਂ ਮਾਰਦਾ ਹੈ? ਮਾਈਕ ਤੇਰਾ ਪਾਟ ਜਾਊਗਾ, ਆਰਾਮ ਨਾਲ ਗੱਲ ਕਰ। ਤੂੰ ਚੀਕਾ ਮਾਰ ਲਾ, ਮੈਂ ਆਰਾਮ ਨਾਲ ਗੱਲ ਕਰ ਰਿਹਾ ਤੇਰੇ ਨਾਲ। ਉਸ ਵਕਤ ਆਰਾਮ ਨਾਲ ਮੈਂ ਕਿਹੜੀ ਚੀਖ ਮਾਰੀ ਹੈ? ਗੱਲ ਕਰ ਆਪਣੀ ਮੁਕੰਮਲ। ਦੋ ਗੱਲਾਂ ਕਰਕੇ ਬੋਲ, ਤੂੰ ਬੋਲ, ਇੱਥੇ ਵਿਖਾ ਮੈਨੂੰ। ਤੇਰਾ ਮਿਆਰ ਇਹ ਹੈ ਕਿ ਚੂੰਕਿ ਹਜ਼ਰਤ ਈਸਾ ਅਲੈਹਿਸਸਲਾਮ ਹਜ਼ਰਤ ਈਸਾ ਪੈਦਾ ਮੈਂ ਦਿਖਾ ਦਿੰਨਾ, ਇੱਕ ਮਿੰਟ ਸਬਰ ਤੇ ਕਰ ਲਾ, ਗੱਲ ਤੇ ਸੁਣ ਲਾ। ਤੇਰਾ ਮਿਆਰ ਇਹ ਹੈ ਕਿ ਹਜ਼ਰਤ ਈਸਾ ਅਲੈਹਿਸਸਲਾਮ ਨੂੰ ਅੱਲਾਹ ਤਾਲਾ ਨੇ ਉਠਾ ਲਿਆ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਗਾਰ ਦੇ ਵਿੱਚ ਪਨਾਹ ਲੈਣਾ ਪਈ। ਇਸ ਵਜ੍ਹਾ ਤੋਂ ਹਜ਼ਰਤ ਈਸਾ ਅਲੈਹਿਸਸਲਾਮ ਦੀ ਫਜ਼ੀਲਤ ਜ਼ਿਆਦਾ ਬਣ ਰਹੀ ਹੈ। ਇਹ ਹੈ ਜੀ ਤੇਰਾ ਮਿਆਰ। ਤੇ ਨਹੀਂ ਬਣ ਰਹੀ? ਠੀਕ ਹੈ, ਤੇਰਾ ਨਹੀਂ, ਸਾਡੇ ਨਜ਼ਦੀਕ ਤਾਂ ਨਹੀਂ ਬਣ ਰਹੀ, ਤੇਰੇ ਨਜ਼ਦੀਕ ਬਣ ਰਹੀ ਹੈ। ਨਜ਼ਦੀਕ ਨਹੀਂ ਬਣਦੀ ਹੈ, ਸਾਡੇ ਨਜ਼ਦੀਕ ਨਹੀਂ ਬਣਦੀ, ਸਾਡੇ ਨਜ਼ਦੀਕ ਬਣ ਰਹੀ ਹੈ। ਇਨਸਾਨ ਯਾਰ ਕਹਿੰਦੀ ਦੀ ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਭਾਈ ਤੂੰ ਆਪਣਾ ਦੱਸ ਦੇ, ਅਸੀਂ ਆਪਣਾ ਦੱਸ ਦਿੱਤਾ, ਉਹ ਸਹੀ ਹੈ ਜਾਂ ਗਲਤ ਆ ਬਾਅਦ ਚ ਵੇਖਾਂਗੇ। ਤੂੰ ਆਪਣਾ ਦੱਸ ਦੇ ਵੀ ਸਾਡੇ ਨਜ਼ਦੀਕ ਇਹ ਫਜ਼ੀਲਤ ਬਣ ਰਹੀ है। प्यारा कौन हुआ जिसको अल्लाह ताला ने अपने पास ले लिया, उठा लिया, या जिसको वो प्यारा हुआ ना उसकी फजीलत ज्यादा हुई? नहीं, जो दुश्मनों से गार के अंदर छुपना पड़ा जिसको, वो अल्लाह ताला को ज्यादा प्यारा नहीं। उनकी फजीलत आपके नजदीक कम हुई और जिसको उठा लिया उसकी ज्यादा हुई। हाँ जी बिल्कुल। फिर जब बनी इसराइल पे मनोसलवा आता था आसमान से, यहाँ हमें नहीं आता, किसकी फजीलत हुई? मनोसलवा की ਹੁੰਦਾ ਇਹ ਦੱਸੋ। चलो जी यार, पहले जाके फिर पढ़ ला, कोई पढ़िया लिखा बंदा लै जिन्हों कोई पता होए कख दा, ते फिर ਉਹਦੇ ਨਾਲ ਅਸੀਂ ਗੱਲ ਕਰੀਏ। ਭਾਈ ਜਦੋਂ ਤੈਨੂੰ ਪਤਾ ਹੀ ਨਹੀਂ ਹੈ ਤੇ ਬਹਿਸ ਕਾਦੀ ਕਰਨ ਆਇਆ? ਨਾ ਤੈਨੂੰ ਇਹ ਪਤਾ ਕਿ ਹਜ਼ਰਤ ਈਸਾ ਅਲੈਹਿਸਸਲਾਮ ਨੇ ਪੈਦਾ ਹੁੰਦੇ ਐਲਾਨ ਨਬੂਵਤ ਕਰ ਦਿੱਤਾ ਸੀ, ਨਾ ਤੈਨੂੰ ਇਹ ਪਤਾ ਕਿ ਮਨੋ ਸਲਵਾ ਨਾਜ਼ਲ ਹੋਇਆ ਕਿ ਨਹੀਂ ਹੋਇਆ, ਤੇ ਆ ਗਿਆ ਤੂੰ ਬਹਿਸ ਕਰਨ। ਜਾ ਕੇ ਪੜਿਆ ਫਿਰ, ਕੋਈ ਐਵੇਂ ਹੁਣ ਪਾਗਲਾਂ ਨਾਲ ਸਿੱਖੇ ਲਾਈ ਰੱਖੇ। ਇੱਕ ਮਿੰਟ ਮੌਲਵੀ ਤੈਨੂੰ ਯਾਰ ਆਪੇ ਨਿਬੜ ਲੋ, ਕੋਈ ਪੜਿਆ ਲਿਖਿਆ ਬੰਦਾ ਲੈ ਜਿਹਨੂੰ ਕੋਈ ਕਮ ਸੇ ਕਮ ਬੁਨਿਆਦੀ ਚੀਜ਼ਾਂ ਦਾ ਤਾਂ ਪਤਾ ਹੋਏ। ਤੁਹਾਡੇ ਮੂੰਹ ਨਹੀਂ ਲੱਗਦਾ ਪੜਿਆ ਲਿਖਿਆ ਬੰਦਾ, ਸਾਡੇ ਨਾਲ ਹੀ ਗੁਜ਼ਾਰ। ਇੱਕ ਮਿੰਟ ਠਹਿਰੋ ਨਾ ਭਾਈ, ਇੱਕ ਮਿੰਟ ਠਹਿਰੋ। ਬੋਲਾ ਭਾਈ ਇੱਕ ਮਿੰਟ ਬੋਲਾ ਭਾਈ ਇੱਕ ਮਿੰਟ। ਇਹਦੀ ਗੱਲ ਸੁਣੋ, ਮਨੋ ਸਲਵਾ ਨਾਜ਼ਿਲ ਹੋਇਆ ਹੈ ਤੇ ਹੋਰ ਕੋਈ ਚੀਜ਼ ਨਾਜ਼ਿਲ ਨਹੀਂ ਹੋਈ ਅਸਮਾਨ ਤੋਂ, ਜਿਹੜੀ ਕੁਰਾਨ ਵਿੱਚ ਲਿਖਿਆ ਵੀ ਅੱਲਾ ਨੇ ਕਿਹਾ ਕਿ ਮੈਂ ਲੋਹਾ ਨਾਜ਼ਿਲ ਕੀਤਾ, ਤੇ ਉਹ ਅਸਮਾਨ ਤੋਂ ਆਇਆ ਲੋਹਾ ਨਾਜ਼ਿਲ ਜਿਹੜਾ ਹੋਇਆ। ਜੀ ਨਹੀਂ, ਜਿੱਥੋਂ ਵੀ ਆਇਆ ਹੋਇਆ ਸਾਡੇ ਤੇ ਨਹੀਂ ਨਾ ਨਾਜ਼ਿਲ ਹੁੰਦਾ, ਤੇ ਫਜ਼ੀਲਤ ਕਿਹਦੀ ਹੋਈ? ਮੈਂ ਦੱਸਦਾ, ਜ਼ੁਲਫਕਾਰ ਆਈ ਆ, ਮੌਲਾ ਦੀ ਤਲਵਾਰ ਉਹ ਕਿੱਥੋਂ ਅਸਮਾਨ ਤੋਂ ਆਈ ਸੀ? ਜੀ ਆਸਮਾਨ ਤੋਂ ਆਈ ਸੀ। ਆਸਮਾਨ ਤੋਂ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਕੱਪੜੇ ਜਿਹੜੇ ਪਾਉਂਦੇ ਨੇ ਹੋਰ ਵੀ ਮੈਂ ਤੁਹਾਨੂੰ ਦੱਸਦਾ, ਆਸਮਾਨ ਤੋਂ ਇਹ ਕਿੱਥੇ ਲਿਖਿਆ ਹੈ ਬਈ? ਦੁੰਬਾ ਤਲਵਾਰ ਅਸਮਾਨ ਤੋਂ ਆਈ, ਕੁਰਾਨ ਵਿੱਚ ਲਿਖਿਆ ਹੈ। ਦੁੰਬਾ ਆਇਆ ਸੀ ਅਸਮਾਨ ਤੋਂ, ਅਸਮਾਨ ਤੋਂ ਆਇਆ ਸੀ। ਹਾਂਜੀ ਵਾਹ ਮਲਕ ਇਮਰਾਨ ਸਾਹਿਬ, ਹਾਂਜੀ ਦੱਸੋ ਹੁਣ, ਇਸਮਾਈਲ ਦਾ ਦੁੰਬਾ ਨਹੀਂ ਸੀ ਆਇਆ? ਕਮੈਂਟ ਕੋਈ ਬਹੁਤ ਗਲਤ ਕਰ ਰਿਹਾ, ਈਦ ਮਨਾਉਂਦਾ ਆ, ਕੰਟਰੋਲ ਵੀ ਹੈ ਕਿ ਨਹੀਂ? ਉਹ ਅਸਮਾਨ ਤੋਂ ਆਇਆ ਸੀ। ਵਾਹ ਜੀ ਵਾਹ। ਅੱਛਾ ਜੀ, ਹੋਰ ਦੱਸਾਂ? ਬੰਦਿਆਂ ਨੂੰ ਖਾਣਾ ਆਇਆ ਸੀ ਪਤਾ, ਤੇ ਮਸਜਿਦ ਦੇ ਵਿੱਚ ਉੱਤੋਂ ਖਾਣਾ ਆਇਆ ਸੀ, ਫਿਰ ਭਾਂਡੇ ਵੀ ਕੋ ਲੈ ਗਿਆ। ਉਹ ਜ਼ਮੀਨ ਤੇ ਹੀ ਸੀ। ਮਨੋ ਸਲਵਾ ਜ਼ਮੀਨ ਤੋਂ ਹੀ ਮਿਲਦਾ ਹੈ ਜੀ, ਇੱਥੋਂ ਹੀ ਮਿਲਦਾ ਹੈ ਸਭ।
ਨਾਜ਼ਿਲ ਜਿਹੜੀਆਂ ਚੀਜ਼ਾਂ ਨੇ ਹੋਰ ਦੱਸੋ ਤੁਹਾਡੇ ਲਈ ਅਗਰ ਆਏ ਖਾਣਾ ਕਿਤੇ ਹਜ਼ਰਤ ਮੂਸਾ ਦਾ ਆਤਾ ਆਇਆ ਸੀ ਇਹ ਸਭ ਕੁਝ ਜ਼ਮੀਨ ਤੇ ਹੀ ਹੁੰਦਾ, ਨਾਜ਼ਿਲ ਹੁੰਦਾ ਹੈ। ਜਿਹੜੀ ਜ਼ਮੀਨ ਤੇ ਚੀਜ਼ ਹੁੰਦੀ ਹੈ ਨਾ ਉਹਨੂੰ ਨਾਜ਼ਿਲ ਕੀਤਾ, ਉਹਨੂੰ ਕਹਾ ਜਾਂਦਾ ਨਾਜ਼ਿਲ। ਕਮੇਟੀ ਫਿਲਹਾਲ ਬੰਦ ਕਰ ਦੇ। ਨਬੀ ਦਾ ਨਜ਼ੂਲ ਹੁੰਦਾ ਤੇ ਉਹ ਆਸਮਾਨ ਤੋਂ ਆਉਂਦੇ ਨੇ ਨਬੀ ਸਾਰੇ, ਉਹ ਵੀ ਜ਼ਮੀਨ ਤੇ ਹੀ ਹੁੰਦੇ ਨੇ, ਸਾਰੇ ਨਬੀ ਪੈਦਾ ਹੁੰਦੇ ਨੇ। ਉਹ ਜਿਹੜਾ ਖਾਣਾ ਆਉਂਦਾ ਸੀ ਮਾਇਦਾ ਅਸਮਾਨ ਤੋਂ ਹੀ ਹੁੰਦਾ, ਅਸਮਾਨ ਤੋਂ ਆਉਂਦਾ ਸੀ, ਨਜ਼ੂਲ ਜਿਹੜਾ ਲਫ਼ਜ਼ ਨਾ ਉਹ ਅਸਮਾਨ ਦੀ ਤਰਫੋਂ ਹੀ ਆ। ਨਹੀਂ ਸਰ, ਜਿਵੇਂ ਬਾਰਿਸ਼ ਆਂਦੀ ਆ ਹੁਣ ਪੂਰਾ ਬੱਕਰਾ ਪੜ ਜਾ ਕੇ। ਠਹਿਰੋ ਜੀ, ਚੁੱਪ ਕਰੋ ਭੈਣ। ਐ ਮੈਨੂੰ ਦੱਸੋ ਜੀ, ਹੁਣ ਫਜ਼ੀਲਤ ਕਿਹਦੀ ਹੋਈ? ਉਹ ਜਿਨ੍ਹਾਂ ਤੇ ਮਾਇਦਾ ਆਂਦਾ ਸੀ, ਅਸਮਾਨ ਦਾ ਖਾਣਾ ਆਂਦਾ ਸੀ ਬਨੀ ਇਸਰਾਈਲ ਤੇ, ਹਾਂਜੀ, ਉਹਨਾਂ ਦੀ ਫਜ਼ੀਲਤ ਜ਼ਿਆਦਾ ਜਾਂ ਸਾਡੀ ਜ਼ਿਆਦਾ? ਉਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਤੇ ਫਿਰ ਉਹਨਾਂ ਦੀ ਜ਼ਿਆਦਾ ਹੈ ਬਈ। ਨਹੀਂ ਸਾਡੇ, ਮੈਂ ਤਾਂ ਪਹਿਲੇ ਦੱਸਦਾ, ਸਾਡੇ ਨਜ਼ਦੀਕ ਤੇ ਇਹ ਫਜ਼ੀਲਤ ਦਾ ਮਿਆਰ ਹੀ ਨਹੀਂ ਹੈ। ਉਮਤ ਮੁਹੰਮਦੀਆ ਨੂੰ ਜਿਹੜਾ ਖਾਣਾ ਮਨੋ ਸਵਾ ਜ਼ਮੀਨ ਤੋਂ ਮਿਲਦਾ ਹੈ ਭਾਈ, ਸਾਡੇ ਨਜ਼ਦੀਕ ਇਹ ਫਜ਼ੀਲਤ ਦਾ ਮਿਆਰ ਹੀ ਨਹੀਂ ਹੈ। ਇਹ ਮਿਆਰ ਹੈ ਤੁਹਾਡੇ ਨਜ਼ਦੀਕ। ਸਾਡੇ ਨਜ਼ਦੀਕ ਕਿਸੇ ਨੂੰ ਖਾਣਾ ਆਏ ਅਸਮਾਨ ਤੋਂ, ਕਿਸੇ ਨੂੰ ਨਾ ਆਏ, ਇਹਦੇ ਨਾਲ ਕਿਸੇ ਦੀ ਫਜ਼ੀਲਤ ਸਾਬਤ ਹੀ ਨਹੀਂ ਹੁੰਦੀ। ਮਾਸ਼ਾਅੱਲਾ, ਮਤਲਬ ਹਜ਼ਰਤ ਈਸਾ ਅਲੈਹਿਸਸਲਾਮ 2000 ਸਾਲ ਤੋਂ ਅੱਲਾਹ ਤਾਲਾ ਨਾਲ ਬੈਠੇ ਦੇ ਨੇ, ਉਹਨਾਂ ਦੀ ਕੋਈ ਫਜ਼ੀਲਤ ਨਹੀਂ ਹੈਗੀ। ਤੇ ਜਿਹੜੇ ਤਮਾਮ ਨਹੀਂ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਕੋਈ ਅਸਮਾਨ ਤੇ ਸਾਰੇ ਨਬੀ ਵੀ ਚਲੇ ਜਾਣ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਕੋਈ ਵੀ ਨਹੀਂ ਅਫਜ਼ਲ ਹੋ ਸਕਦਾ। ਇਹ ਫਜ਼ੀਲਤ ਦੀ ਵਜ੍ਹਾ ਹੈ ਹੀ ਨਹੀਂ। ਤੁਹਾਡੇ ਨਜ਼ਦੀਕ ਵਜ੍ਹਾ ਹੈ ਤਾਂ ਤੁਸੀਂ ਹੁਣ ਜਵਾਬ ਦਿਓ ਨਾ। ਅੱਛਾ ਮੈਂ ਬਤਾ, ਤੁਸੀਂ ਕਹਿੰਦੇ ਹੋ ਅੱਲਾਹ ਤਾਲਾ ਮਜਬੂਰ ਹੋ ਗਿਆ ਸੀ ਹਜ਼ਰਤ ਈਸਾ ਅਲੈਹਿਸਸਲਾਮ। ਉਹ ਯਾਰ ਮਜਬੂਰ, ਫਿਰ ਉਧਰ ਤੁਰ ਪਏ ਹੋ। ਮੇਰੀ ਗੱਲ ਦਾ ਜਵਾਬ ਕਿਹਨੇ ਦੇਣਾ? ਤੁਸੀਂ ਮਤਲਬ ਤੋਹੀਨ ਕਰਦੇ ਹੋ। ਮੇਰੀ ਗੱਲ ਦਾ ਜਵਾਬ ਕਿਹਨੇ ਦੇਣਾ? ਤੁਹਾਡੇ ਨਜ਼ਦੀਕ ਇਹ ਮਿਆਰ ਹੈ ਨਾ ਫਜ਼ੀਲਤ ਦਾ। ਤੇ ਹੁਣ ਦੱਸੋ ਵੀ ਜਿਨ੍ਹਾਂ ਤੇ ਅਸਮਾਨੀ ਖਾਣਾ ਆਂਦਾ ਸੀ ਉਹ ਜ਼ਿਆਦਾ ਅਫਜ਼ਲ ਹੋਏ ਕਿ ਉਮਤ ਮੁਹੰਮਦੀਆ ਜ਼ਿਆਦਾ ਅਫਜ਼ਲ? ਗੱਲ ਸੁਣੋ, ਤੁਹਾਡੇ ਹਿਸਾਬ ਨਾਲ ਤੇ ਉਹ ਅਫਜ਼ਲ ਹੋ ਗਏ, ਤੁਸੀਂ ਸਮਝਦੇ ਹੋ ਅਸਮਾਨ ਤੋਂ। ਨਹੀਂ, ਸਾਡੇ ਹਿਸਾਬ ਨਾਲ ਤਾਂ ਨਹੀਂ ਉਹ ਅਫਜ਼ਲ, ਕਿਉਂਕਿ ਸਾਡੇ ਨਜ਼ਦੀਕ ਤਾਂ ਫਜ਼ੀਲਤ ਦੇ ਮਿਆਰ ਹੀ ਨਹੀਂ ਹੈ। ਦੇਗਾ ਉਹ ਮਿਆਰ ਤੁਹਾਡੇ ਨਜ਼ਦੀਕ ਅਸਮਾਨ ਤੋਂ ਨਹੀਂ, ਦੇਗਾ ਤੁਹਾਡੇ ਹਿਸਾਬ ਨਾਲ ਦੇਗਾ ਉਤੋਂ ਲੈਂਡ ਕਰਦੀਆਂ ਸਨ ਜ਼ਮੀਨ ਤੇ, ਪੱਕੀਆਂ ਪਕਾਈਆਂ। ਉਹ ਅੱਲਾਹ ਤਾਲਾ ਨੂੰ ਪੁੱਛੋ, ਅੱਲਾਹ ਤਾਲਾ ਨੇ ਕੁਰਾਨ ਪਾਕ ਚ ਕਿਹਾ, ਕਦੀ ਕੁਰਾਨ ਪੜ੍ਹਿਆ ਹੋਇਆ ਤਾਂ ਤੁਹਾਨੂੰ ਪਤਾ ਹੋਏ। ਤੁਹਾਡੀ ਸਮਝ ਛੋਟੀ ਹੈਗੀ, ਉਹ ਗੱਲ ਕੁਰਾਨ ਨੂੰ ਸਮਝਣ ਦੀ ਤੁਹਾਨੂੰ। ਆਹੋ ਭਈ ਇੰਜ ਹੀ ਹੈ ਨਾ, ਸਮਝ ਛੋਟੀ ਹੈ ਸਾਡੀ ਤੇ ਇਹ ਹੈ ਤਾਂ ਉਹ ਆ। ਅੱਲਾਹ ਤਾਲਾ ਕਹਿੰਦਾ ਅਸਮਾਨ ਤੋਂ ਖਾਣਾ ਆਂਦਾ ਸੀ ਤੇ ਤੁਸੀਂ ਕਹਿੰਦੇ ਜੀ ਇਹ ਤੁਹਾਡਾ ਜਿਹੜਾ ਖਲੀਫਾ, ਤੁਹਾਡੇ ਖਲੀਫੇ ਨੂੰ ਅਸਮਾਨ ਤੋਂ ਆ ਸਕਦਾ ਖਾਣਾ? ਅੱਲਾਹ ਤਾਲਾ ਕੁਰਾਨ ਵਿੱਚ ਫਰਮਾਇਆ ਕਿ ਚੌਪਾ ਤੁਹਾਡੇ ਚਲਾਈਓ ਨਾ ਜ਼ਰਾ, ਉਹਦੀ ਆਡੀਓ ਚਲਾਓ ਜ਼ਰਾ, ਜਿਹੜੇ ਕਹਿ ਰਹੇ ਖੁਦਾ ਨੇ ਖਾਣਾ ਭੇਜਿਆ ਸੀ। ਤੁਹਾਡੇ ਖਲੀਫੇ ਨੂੰ ਆ ਸਕਦਾ ਤੇ ਅੱਲਾਹ ਦੇ ਪੈਗੰਬਰ ਦੀ ਦੁਆ ਤੇ ਨਹੀਂ ਆ ਸਕਦਾ। ਇਹ ਗੱਲ ਸੁਣੋ, ਕੁਰਾਨ ਬੱਚਰ ਕਾਲੋ ਸਾਹਿਬ ਦਾ ਮੈਂ ਚਲਾਵਾਂ ਜਿਹੜਾ ਖਾਣਾ ਸਮਾਨਾਂ ਤੋਂ ਆਇਆ ਹੈ। ਆਹੋ ਆ ਖਾਣਾ ਲਾਓ ਜ਼ਰਾ, ਇਹਨਾਂ ਨੂੰ ਵਿਖਾਓ। ਇਹਨਾਂ ਨੇ ਇੰਜ ਨਹੀਂ ਮੰਨਣਾ। ਇੱਕ ਮਿੰਟ ਭਾਈ ਸੁਣੋ ਨਾ, ਭਾਂਡੇ ਵੀ ਇੱਥੇ ਹੀ ਰਹਿ ਗਏ ਆ, ਭਾਂਡੇ ਬਰਕਤ ਲਈ ਰੱਖੇ ਆ। ਤੋਂ ਲਾਈ ਆ ਰਹੇ ਹੋ, ਇੱਥੇ ਹੀ ਰਹਿ ਗਏ। ਤੁਸੀਂ ਕਹਿੰਦੇ ਆਸਮਾਨ ਤੋਂ ਆਂਦੀ ਹੈ, ਖਾਣਾ ਆਸਮਾਨ ਤੋਂ ਆਂਦਾ ਹੈ, ਲੋਹਾ ਵੀ ਆਸਮਾਨ ਤੋਂ ਆਂਦਾ ਹੈ, ਕੱਪੜੇ ਵੀ ਆਸਮਾਨ ਤੋਂ ਹੀ ਆਂਦੇ ਹਨ। ਨਹੀਂ, ਅੱਲਾਹ ਫਰਮਾਂਦਾ ਹੈ ਕੁਰਾਨ ਕਰੀਮ में कि चौपाए हमने नाजिल किए ਤੇ ਖੋਤਾ ਘੋੜਾ ਅਸਮਾਨ ਤੋਂ ਉਤਰ ਰਹੇ ਹੁੰਦੇ ਨੇ। ਫਿਰ ਹੁਣ ਹਰ ਸ਼ੈ ਇਹਨਾਂ ਨੂੰ ਸੁਣਾਓ ਨਾ ਜ਼ਰਾ, ਆਇਆ ਤੇ ਸੁਣਾਈ ਆਡੀਓ ਹੈਗੀ ਨਹੀਂ ਤੇ ਕੋਈ ਵੀ ਆਡੀਓ ਹੈ ਮੇਰੇ ਭਾਈ, ਰਮਜ਼ਾਨ ਦਾ ਮੁਬਾਰਕ ਮਹੀਨਾ, ਕੁਝ ਤੇ ਅਕਲ ਤੋਂ ਨਾ ਮੈਂ ਇੱਕ ਮਿੰਟ ਆ ਰਿਹਾ ਸੁਣਾਣਾ ਮੈਂ ਜ਼ਰਾ ਬੱਚਰ ਕਾਲੋ ਦੀਆਂ ਕਹਾਣੀ। ਇਹਨਾਂ ਦੀ ਅਕਲਾਂ ਜ਼ਰਾ ਖੋਲੋ। ਕਹਾਣੀਆਂ ਲਾਈਆਂ ਹੋਈਆਂ ਨੇ ਨਾ, ਕਹਾਣੀਆਂ ਤੁਹਾਨੂੰ ਸੁਣਾਉਂਦੇ ਆ ਹੁਣੇ। ਕਹਾਣੀਆਂ ਛੱਡ ਦਿਓ, ਜਿਹੜੀਆਂ ਬੋਲਦੇ ਹੋ ਨਾ ਤੁਸੀਂ, ਮੌਜਜ਼ੇ ਜਿਹੜੇ ਨੂੰ ਕਹਿੰਦੇ ਹੋ ਨਾ, ਜਾਦੂ ਤੇ ਇਹ ਉਹ ਤੁਸੀਂ ਮੰਨਦੇ ਹੋ, ਤੋਬਾ ਕਰੋ ਮੈਨੂੰ ਯਾਰ। ਦੱਸੋ ਬਾਰਿਸ਼ ਕਿੱਥੋਂ ਆਉਂਦੀ ਹੈ? ਹੁਣੇ ਤੁਹਾਨੂੰ ਇੱਥੇ ਹੁਣ ਨਸਣਾ ਨਹੀਂ, ਇੱਥੇ ਰਹੋ, ਤੁਹਾਨੂੰ ਹੁਣੇ ਜਾਦੂ ਜ਼ਮੀਨ ਤੋਂ ਜਾਂਦੀ ਉੱਤੇ ਤੇ ਫਿਰ ਥੱਲੇ ਆਂਦੀ ਹੈ, ਨਹੀਂ ਆਂਦੀ? ਕਿਵੇਂ ਆਂਦੀ? ਅੱਲਾਹ ਤਾਂ ਕੁਰਾਨ ਚ ਕਹਿੰਦਾ ਆਸਮਾਨ ਤੋਂ ਆਂਦੀ ਹੈ। ਤੁਹਾਨੂੰ ਹੁਣੇ ਖਾਣੇ ਵਾਸਤੇ ਸਮਾਨਾਂ ਤੋਂ ਖਾਣੇ ਆਂਦੇ ਤੇ ਇੱਕ ਮਿੰਟ ਸਮਾਂ ਇਹ ਸੁਣ ਕੇ ਫਿਰ ਨਹੀਂ ਫਿਰ ਇਹਨਾਂ ਦੇ ਤੀਲਾ ਚੈੱਕ ਕਰਨਾ। ਜਦੋਂ ਧੁੱਪ ਪੈਂਦੀ ਹੈ, ਬਾਰਿਸ਼ ਜਦੋਂ ਧੁੱਪ ਪੈਂਦੀ ਹੈ, ਪਾਣੀ ਉੱਤੇ ਬਣ ਕੇ ਉੱਤੇ ਜਾਂਦਾ ਹੈ, ਉਹਦਾ ਬੱਦਲ ਬਣਦਾ ਹੈ, ਬੱਦਲ ਚੋਂ ਫਿਰ ਬਾਰਿਸ਼ ਥੱਲੇ ਆਂਦੀ ਹੈ, ਫਿਰ ਰਿਸਾਈਕਲ ਹੁੰਦੀ ਹੈ। ਬਣ ਜਾਣਾ ਹੁਣ ਤੂੰ ਮੌਲਵੀ ਦੇ ਹਿਸਾਬ ਨਾਲ ਸਾਇੰਸ ਕੁਫਰ ਹੈ, ਸਾਇੰਸ ਕੁਫਰ ਹੈ। ਸਾਇੰਸ ਬਣਾਣਾ, ਸਾਇੰਸ ਤਾਂ ਕਹਿੰਦਾ ਬਾਰਿਸ਼ ਅਸਮਾਨ ਤੋਂ ਨਾਜ਼ਿਲ ਕਰਦਾ। ਮੈਂ ਸਾਡੇ ਸੂਰਾ ਬਕਰਾ 22 ਵੀ ਆਇਆ ਪੜ੍ਹ। ਇੱਕ ਮਿੰਟ ਗੱਲ ਸੁਣੋ, ਸਾਡਾ ਸਕੂਲ ਦਾ ਜ਼ਮਾਨਾ ਸੀ, ਪੜ੍ਹਦੇ ਸਨ ਸਾਡੇ ਮੌਲਵੀ ਸਾਹਿਬ ਜਿਹੜੇ ਆ ਕੇ ਇਸਲਾਮੀਆਤ ਦਾ ਪੀਰੀਅਡ ਲੈਂਦੇ ਸਨ, ਉਹ ਅਸੀਂ ਬੱਚੇ ਫਿਰ ਉਹਨਾਂ ਨੂੰ ਕੁਐਸਚਨ ਕਰਦੇ ਸਾਂ ਵੀ ਮੌਲਵੀ ਸਾਹਿਬ ਦੱਸੋ। ਇੱਕ ਮਿੰਟ ਸੁਣੋ, ਕਿ ਚੰਦ ਤੇ ਗਏ ਨੇ। ਕਰੋ ਜੀ, ਕਹਾਣੀਆਂ ਤੁਹਾਡੀਆਂ ਬੜੀਆਂ ਸੁਣ ਲਈਆਂ ਅਸੀਂ। ਸਾਥੀ ਭਾਈ ਜਾਨ ਯਾਰ, ਜਦੋਂ ਤੁਹਾਡੇ ਆਪਣੇ ਖਲੀਫਿਆਂ ਵਾਸਤੇ ਆਇਆ ਨਾ ਖਾਣਾ, ਖੁਦਾ ਨੇ ਭੇਜਿਆ ਹੋਇਆ, ਫਿਰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਇੱਥੇ। ਇੱਕ ਮਿੰਟ ਸਵਾਲ ਸੁਣੋ, ਇੱਕ ਮਿੰਟ ਸਵਾਲ। ਤੁਹਾਨੂੰ ਸ਼ਰਮ ਫਿਰ ਵੀ ਨਹੀਂ ਆਣੀ। ਅਸੀਂ ਜਦੋਂ ਮੌਲਵੀ ਸਾਹਿਬ ਕੋ ਪੁੱਛਦੇ ਸਨ ਨਾ ਵੀ ਲੋਕੀ ਚੰਦ ਤੇ ਗਏ ਨੇ, ਤੇ ਉਹ ਇੱਕਦਮ ਗੁੱਸੇ ਨਾਲ ਕਹਿੰਦੇ ਇਹ ਕੁਫਰ ਮਤ ਬੋਲੋ, ਇਹ ਕੁਫਰ ਮਤ ਬੋਲੋ, ਇਹ ਕੁਫਰ ਹੈ, ਚਾंद पे जाना कुफर है। ऐसे इस्लाम इन्हें को लेगा को ये सजा मिले। सुनो तो हुजूर दुआ करें अल्लाह ताला इस बीमारी से मुझे हमेशा के लिए नजात बख्शे।
ताकि मैं लोगों के तानों से भी महफूज हो जाऊं। हुजूर ने फरमाया खुदा कादिर है। हजरत शेख नियाज मोहम्मद साहिब रज़ी अल्लाह अन्हु 1938 में ये वाकया बयान फरमा रहे हैं। उस वक्त से लेके आज तक 1938 तक मुझे गुर्दे में दर्द नहीं हुई। मैंने कई बार पेशाब टेस्ट करवाया, मुझे गुर्दे में कभी कोई बीमारी भी नहीं लगी। जमात के बुजुर्ग थे हजरत हाफिज गुलाम रसूल साहब वजीराबादी रज़ी अल्लाह अन्हु, वो फरमाते हैं अभी मैंने बैत नहीं की थी, तहकीक का सिलसिला जारी था कि हजरत मसीह मौद अलैहिस्सलाम की तरफ से ऐलान आया कि लाहौर में मज़ाहिब आलम की कॉन्फ्रेंस होगी, उसमें हुजूर का मज़मून पढ़ा जाएगा। और ऐलान ये था कि खुदा ने मुझे खबर दी है कि उस कॉन्फ्रेंस में मेरा मज़मून सब पे बाला रहेगा। नजीर साहब, अभी आपको मैंने वो भी सुनाना है कि मसल्ले से अंदर नीचे से ना 3 नोट भी निकल आए थे 10-10 रुपए के, नए नोट, बिल्कुल न्यू। वो कहाँ से आए थे? ये मनोसलवा जमीन से मिल सकता है, जमीन से मिल सकता है, सब कुछ मिल सकता है, जमीन से सब कुछ मिल सकता है। मनोसलवा जमीन से बिल्कुल मिल सकता है मेरे भाइयों। आसमान से कुछ चीज नाजिल नहीं होती, जमीन से मिलती है सब कुछ। और कशफ में खुदा ताला ने उन्हें घी में तले हुए पराठे और भुना हुआ गोश्त मुहैया कर दिया, जिसे आप खाते रहे। और खुदा की कुदरत हजरत खलीफतुल मसीहिल अव्वल रज़ी अल्लाह अन्हु को भी खुदा ताला ने इत्तला दे दी कि आप तो पढ़ा रहे हैं और आपका शागिर्द कशफी तौर पर मजे मजे के खाने भी खा रहा है। हजरत साहिब बारहा पढ़ाई के दौरान हाफिज साहिब की तरफ नजर उठाकर देखते और फिर पढ़ाने में मशगूल हो जाते। जब वो खाने से फारिग हो चुके, कशफी हालत खत्म हो गई, तो हुजूर फरमाने लगे, हाफिज साहब कल्ले कल्ले। क्या मोहब्बत का अंदाज था। उस्ताद भी शागिर्द की हकीकत से बाखबर, और शागिर्द को भी पता लग गया कि खुदा ताला ने जो मेरे साथ सलूक किया, मेरे उस्ताद को भी खुदा ने उससे आगाही दी। अच्छा जी, ये पराठे कित्थों आए ले जी, दस्सियो जरा। कशवी साउथ ते जेड़े आए ले, जमीन ते मनो सलवा मिलता है जी, सब कुछ मिलता है। ऐसे ये समझने की बातें थी ना आपको। वो अल्लाह ताला भेज रहे हैं, अल्लाह ले सुनो तो सही गौर ना। हाँ जी, हाँ जी, अल्लाह ताला भेज रहे थे, जमीन तो भी भेज रहे हैं, दे रहे, खिला रहे। ते कशवी हालत देखी उन्होंने, कशवी फरमाया, कशवी हालत सी। और ये सलूक दी मंजिलां ने ना अपने जेड़े ने ना की ना बुजुर्गां दा भी देख लो ना कि उन्होंने अल्लाह ताला ने नहीं सलूक किया तमाम। हजरत दादा गंज बख्श नाल की सलूक किया, गौसे पाक नाल। अगला सुन लो, अगला सुने। करते हैं कि मैं और मेरा एक साथी हम लाहौर से पैदल चल पड़े। गुजरात अपने गांव में जाना था। रात के 10 बजे के करीब हम गांव की पहुंचे। एक वीरान मस्जिद में डेरा लगाया। मेरे साथी को बुखार हो गया। मैंने उसे मस्जिद में लेटाया और खाने का इंतजाम करने के लिए बाजार में चला गया, मगर सारे बाजार के चक्कर लगाए, कोई दुकान खुली नहीं थी। नाकाम वापस आया। जब मस्जिद में आया तो मेरे अजीज का बुखार मजीद शिद्दत इख्तियार कर चुका था। मुझे बड़ी फकर दामनगी हुई कि अगर परदेश में वफात का हादिसा हो गया तो क्या करूंगा। इस एहसास के पेश नजर मैं खुदा के हुजूर गिरियाजारी में मसरूफ हो गया। थोड़ी देर के बाद मैं किसी काम के लिए दरवाजा खोलकर मस्जिद से बाहर निकला तो बाहर एक आदमी खड़ा था। उसके हाथ में खाने का ट्रे।
गरम गरम रोटियां, हलवा और गोश्त का सालन। मैंने पूछा कि आपने किससे मिलना है? वो बोला मैं आपके लिए खाना लेकर आया हूं। मैंने कहा बर्तन किसको दूं? कहने लगा बर्तन यहीं पे रख देना। हजरत मौलवी साहब फरमाते हैं रात के 2 बजे किसको खबर कि यहाँ कौन ठहरा हुआ है? उस मस्जिद की वीरानी बता रही थी कि यहाँ पर कोई नमाज पढ़ने भी नहीं आया। खाना खाया, बर्तन लटका दिए कुंडी पे, कुंडी लगा दी। सुबह जब उठे नमाज के लिए कुंडी भी लगी हुई थी मगर बर्तन गायब थे। हाँ जी नजीर साहब, ये बर्तन किधर गए? कुंडी भी लगी हुई थी। ਹੁਣ ਦੱਸੋ ਜੀ ਬਰਤਨ ਕਿੱਥੋਂ ਕੌਣ ਲੈ ਗਿਆ ਜੀ? ਜੀ ਮਨੋ ਸਲਵਾ ਅੱਲਾ ਦੀ ਤਰਫ ਆਇਆ ਸੀ ਤੇ ਫਿਰ ਚਲੇ ਗਏ, ਅੱਲਾ ਦੀ ਤਰਫ ਹੀ ਚਲੇ ਗਏ ਹੋਣੇ ਨਾ। ਯਾਰ ਸ਼ਰਮ ਸੇ ਡੂਬ ਮਰਨੇ का ਮਕਾਮ ਹੈ ਨਜ਼ੀਰ ਸਾਹਿਬ। ਹੁਣੀ ਤੁਸੀਂ ਜਦੋਂ ਰੱਬ ਅੱਲਾਹ ਤਾਲਾ ਫਰਮਾਂਦਾ ਸੀ ਤੁਸੀਂ ਇਨਕਾਰ ਕਰ ਰਹੇ ਸੀ। ਇਹ ਮੁਬਸ਼ਰ ਕੱਲ ਉਹਨੇ ਕਿਹਾ ਤੇ ਹੁਣ ਨਾਲ ਦੇ ਨਾਲੇ ਤੁਸੀਂ ਕਹਿੰਦੇ ਜੀ ਮਨੋ ਸਲਵਾ ਆ ਗਿਆ ਤੇ ਬਰਤਨ ਵੀ ਲੈ ਲੈ। ਨਹੀਂ ਤੇ ਮੈਂ ਕੀ ਕਹਿ ਰਿਹਾ ਸੀ, ਗੱਲ ਸੁਣੋ। ਇਹਨਾਂ ਵਾਸਤੇ ਅੱਲਾਹ ਦਾ ਕੁਰਾਨ ਜਿਹੜਾ ਉਹਦੀ ਕੋਈ ਅਹਿਮੀਅਤ ਨਹੀਂ। ਅੱਲਾਹ ਕੁਰਾਨ ਚ ਕਵੇ ਤੇ ਨਹੀਂ ਮੰਨਣਾ। ਇਹ ਕਿਸੇ ਕਹਾਣੀਆਂ ਤੇ ਮੁਬਸ਼ਰ ਕੱਲ ਇਹਨਾਂ ਦਾ ਕਹਾਣੀਆਂ ਸੁਣਾਵੇ ਤੇ ਹੁਣ ਨਾਲ ਦੇ ਨਾਲੇ ਕਹਿਤਾ ਜੇ ਮਨੋ ਸਲਵਾ ਆ ਸਕਦਾ ਤੇ ਇਹ ਕਿਉਂ ਨਹੀਂ ਲਿਜਾ ਸਕਦੇ? हाँ जी, ये जमीन तो अल्लाह ने भेजी है ना, बस अपने जरिए से जमीन से खिलाया ना, मस्जिद में बैठ के खिलाया ना कि किधरे भी लेके एक बंदा लेके कौन ले गया सी? बंदा लेके आया सी ना ते फिर बर्तन वापस कौन ले गया? ਉਹਨੇ ਤਾਂ ਕੁੰਡੀ ਲਾਤੀ ਸੀ ਅੰਦਰੋਂ, तो ਕਹਿੰਦਾ ਕੁੰਡੀ ਵੀ ਲੱਗੀ ਸੀ ਲੇਕਿਨ ਬਰਤਨ ਗਾਇਬ ਸੀ। ਤੇ ਫਿਰ ਕੋ ਅੱਲਾਹ ਦੇ ਫਰਿਸ਼ਤੇ ਹੋਣਗੇ ਨਾ ਜਿਹੜੇ ਲੈ ਕੇ ਆਏ ਨੇ ਖਾਣਾ ਖਿਲਾਇਆ ਉਹਨੇ। ਮਾਸ਼ਾਅੱਲਾ। ਜਬ ਬੰਦ ਸਲਵਾਰ ਕੁਰਾਨ ਸੁਣਾਇਆ ਸੀ ਉਦੋਂ ਕਿਉਂ ਨਹੀਂ ਸੀ ਮੰਨਿਆ ਤੁਸੀਂ? हैं जी, ਜਦੋਂ ਅੱਲਾਹ ਦਾ ਕੁਰਾਨ ਸੁਣਾਇਆ ਸੀ ਉਦੋਂ ਕਿਉਂ ਨਹੀਂ ਸੀ ਮੰਨਿਆ? ਇਹ ਮੁਬਸ਼ਰ ਕਾਲੋਂ ਕੁਰਾਨ ਨਾਲੋਂ ਵੀ ਜ਼ਿਆਦਾ ਅਹਿਮੀਅਤ ਰੱਖਦਾ ਤੁਹਾਡੇ ਨਜ਼ਰ? ਨਹੀਂ ਕੀ ਨਹੀਂ ਮੰਨਿਆ ਸੀ ਤੇ ਮੰਨਿਆ ਨਾ ਮੰਨੋ ਸਲਵਾ। ਤੁਸੀਂ ਕਹਿ ਰਹੇ ਸੀ ਅਸਮਾਨ ਤੋਂ ਕਿੰਜ ਆ ਸਕਦਾ ਜੀ? ਨਹੀਂ ਤੁਸੀਂ ਤੇ ਫਿਜ਼ੀਕਲੀ ਅਸਮਾਨ ਤੋਂ ਕਿ ਅਸਮਾਨ ਤੋਂ ਉਤੋਂ ਦੇਗ ਉਤਰਦੀ ਨਜ਼ਰ ਆ ਰਹੀ ਹੈ। ਬਰਤਨ ਫਿਜ਼ੀਕਲੀ ਸੀ, ਬਰਤਨ ਕੀ ਰੂਹਾਨੀ ਸੀ? ਨਹੀਂ ਨਹੀਂ ਤੇ ਜ਼ਮੀਨ ਤੇ ਹੀ ਸਭ ਕੁਝ ਹੋ ਰਿਹਾ ਨਾ ਇਹ ਸਾਰਾ ਮਾਮਲਾ। ਬਰਤਨ ਗਏ ਕਿੱਥੇ ਫਿਰ? ਬਰਤਨ ਕੌਣ ਲੈ ਗਿਆ? ਬਰਤਨ ਕੌਣ ਲੈ ਗਿਆ? ਹਾਂ मतलब है जेड़ा ऐसी वही ले गया। वो तो कह रहे हैं कुंडी लगी सी फिर भी बर्तन गया भाई। ਲਿਆ ਭਾਈ ਉਸ ਤੋਂ ਵੱਡੀ ਕਹਾਣੀ ਸੁਣਿਓ ਜ਼ਰਾ। ਅਗਲੀ ਉਸ ਤੋਂ ਵੱਡੀ ਕਹਾਣੀ ਸੁਣਿਓ। ਇੱਕ ਮਿੰਟ ਨਜ਼ੀਰ ਸਾਹਿਬ, ਉਸ ਤੋਂ ਵੱਡੀ ਕਹਾਣੀ ਸੁਣੋ ਜ਼ਰਾ। ਉਸ ਤੋਂ ਵੱਡੀ ਕਹਾਣੀ ਸੁਣਿਓ, ਇੱਕ ਮਿੰਟ ਇਹ ਸੁਣੋ। इस्माइल खान की छावनी में उनकी ड्यूटी थी, वो बीमार हो गए, अस्पताल में दाखिल हुए। अस्पताल का परहेजी का खाना खा खा कर उकता गए। कहते हैं एक दिल में ये तमन्ना मचली कि अगर चावल हो और साथ यखनी हो तो मजा आ जाए। कहते हैं इसी ख्याल में था कि आवाज आई, चावल खा लो। माशाल्लाह। और इसके साथ ही मैंने देखा कि मेरे पहलू में चावलों की प्लेट और एक बर्तन में यखनी पड़ी है। माशाल्लाह। कहता मैंने चावल खा लिए, यखनी भी पी ली, बर्तन वहीं पे रख दिए। 1 महीना अस्पताल में दाखिल रहे, बर्तन लेने कोई नहीं आया। हाय हाय। वो इन बर्तनों को अपने घर ले गए। वफात तक वो बर्तन खुदा की कुदरत की याद ताज़ा करने के लिए उनके घर में पड़े रहे। हाँ जी नजीर साहब, चावल से यखनी कितों आ गई? बंदा भी कोई नहीं आया। मनो सलवा से अल्लाह की तरफ अल्लाह खिलांदा है अपने बंदे नु अल्लाह खिलांदा है। सलूक दी मंजिला ने भाई। लो तौबा कर लो, अल्लाह का कलाम पेश कर रहे हैं। शर्म से नजीर साहब कम से कम इंसान हो ना तो आप शर्म से डूब मरे कि जब अल्लाह का कलाम बताया तो तुम लोगों को कोई असर नहीं हुआ। कह रहे थे कहानियां हैं, कहानियां हैं, कहानियां हैं। अल्लाह का कुरान कहानी है और ये मुबश्शिर कालों जो है ये कुरान से भी उसने कहानियां सुनाई हैं तो अब मनोसलवा भी मान लिया। अल्लाह ने ये कादियानियत है। बात सुनो, अल्लाह ने जो शर्म करो, कुछ शर्म करो नजीर साहब। हम कब इनकार कर रहे हैं? यही शर्म करो। वहां भी था ना। अभी तो तुम इनकार कर रहे थे, अभी 2 मिनट पहले तुम लोग मजाक कर रहे थे कि ये कहानियां सारी आसमान से कुछ नहीं नाज़िल हो सकता। ओए आप फिजिकली जैसे आप ईसा अलैहिस्सलाम, ये फिजिकल खाना, ये फिजिकल नहीं था, बर्तन फिजिकल नहीं थे, ये जमीन पर ही है ना सब कुछ। आसमान तो वो भी जमीन पर ही आए थे, वो कौन सा आसमान पे चले गए थे? उन्होंने आसमान की तरफ देखा है कि वो सामने से प्लेट आ रही है, ऐसे देखा था उन्होंने। तो इन्होंने कहा था, ये कहीं लिखा हो कुरान में कि उन्होंने आसमान की तरफ देखा था तो प्लेट आ रही थी? जो मनो सलवा आप समझते हो कि आसमान से चीजें उतर रही थी, ऐसे नहीं था। जमीन से ही अल्लाह ताला मनो सलवा। ये कहाँ से जमीन से आई ना, बताएं। वो बर्तन कहाँ चले गए थे और ये कौन देख गया था, कहाँ से देख गया था?
वो तो बंदा भी कोई नहीं आया था। इसी जमीन पे सारे मामलात हो रहे हैं। भाई बंदा भी कोई नहीं आया था तो कहाँ से आया वो? आप जो फिजिक जैसे ईसा अलैहिस्सलाम सुनो, आप जब ईसा अलैहिस्सलाम को फिजिकल ले जाते हो आसमान पर, वहां से फिजिकल उतारते हो, वो बात गलत है। वो बात मनो सलवा आप उस तरह समझते हो कि देगें उतर रही थी आसमान से पकी हुई और धुआं निकलता हुआ ऊपर से आ रही थी। ऐसे तो नहीं होता ना, जमीन से ही देग पहुंचाई जाती है। किसने कहा था धुआं निकलता हुआ देगें आ रही थी? किसने कहा? ये आप लोग, ये आपका अकीदा है ना कि आसमान से नजूल से आप क्या समझते हो? ये कहाँ से आए थे बर्तन, ये बताएं कहाँ से आए थे? बंदा भी कोई नहीं आया, और पहले वाले बर्तन जो है वो गायब भी हो गए थे, बंदा भी अंदर कुंडी लगाई हुई थी। अल्लाह ताला ने फरमाया कि मसीह इब्ने मरियम तुम में नाजिल होंगे, तो तुम समझते हो कि आसमान से आएंगे? वो भाई ये बर्तन तो बता दो, जो कुंडी भी लगी हुई थी, बर्तन गायब हो गए, वो कहाँ चले गए? और ये बंदा भी नहीं आया और चावलों की प्लेट आ गई। जब आपको ये समझ आ गई ऊपर से आवाज भी आई, मरियम आवाज भी आई थी चावल खा लो, बंदा भी कोई नहीं, आवाज भी आई चावल खा लो, और प्लेट भी पहुंच गई। ये भी देखें ना, जब आपको समझ, ये भी आसमान से ही नाजिल हुए हैं ये चीजें भी। अच्छा ज़िया भाई चेक कर लो जी, चेक कर लो। अभी ये बंदा कह रहा था कि आसमान से, जिस तरह आप कहते हैं ना नाजिल होती है, कोई नहीं नाजिल हो सकती, अब कह रहा है ये आसमान से आई थी। ये है कादियानियत, ये है इनका गंदा चेहरा कि अल्लाह का कलाम हो तो उसको कहते हैं कहानियां। इस तरह अल्लाह ताला ने कुरान पाक में भी फरमाया ना कि ये लोग कहते हैं ये तो कहानियां है, ये काफिर जो है ये कहते हैं ये कहानियां है, इनके सामने पेश करो, ये कहते हैं कहानियां है। और मुबशर कालों की बात आई है तो अब मान गया, कहता है ये आसमान से आया था। ओ जदों गल समझ ना शर्म तुमको मगर नहीं आती। अल्लाह ही समझाया होना सी, किस तरह समझा सकते? सानू समझाया या ਤੁਹਾਨੂੰ ਸਮਝਾਇਆ? ਕੁਰਾਨ ਦੱਸੇ ਤੇ ਤੁਸੀਂ ਕਹਿੰਦੇ ਹੋ ਕਹਾਣੀਆਂ, ਤੇ ਮੁਬਸ਼ਰ ਕਾਲੋਂ ਦੱਸੇ ਤੇ ਨਾਲੇ ਮੰਨ ਜਾਂਦੇ ਹੋ ਜੀ ਅਸਮਾਨ ਤੋਂ ਆਇਆ ਸੀ। ਅੱਛਾ ਤੁਸੀਂ ਗੱਲ ਸੁਣੋ, ਤੁਸੀਂ ਕੁਰਾਨ ਵਿੱਚ ਲਿਖਿਆ ਹੈ ਕਿ ਅੱਲਾਹ ਤਾਲਾ ਨੇ ਚੌਪਾਏ ਨਾਜ਼ਿਲ ਕੀ ਹੈ, ਤੁਸੀਂ ਸਮਝਦੇ ਹੋ ਅਸਮਾਨ ਤੋਂ ਖਾਣਾ ਹੋਣੀ ਤਾਂ ਤੂੰ ਕਹੀ ਜਾ ਰਿਹਾ ਸੀ ਅਸਮਾਨ ਤੋਂ ਆਇਆ। ਹੁਣ 3 ਰੁਪਏ ਨਾਲੇ ਫਿਰ ਤੂੰ ਸਵਾਲ ਕਰਨ ਲੱਗ ਪਿਆ। ਜਿਹੜੀ ਚੀਜ਼ ਇੱਕ ਮਿੰਟ ਜੀ, ਇਹ ਬਾਤ 3 ਰੁਪਏ ਵੀ ਹਵਾਲਾ ਦੇ ਮਸਲੇ ਦੇ ਤੋਂ ਕਰਦੇ ਉਹ ਅਸਮਾਨ ਤੋਂ ਆਂਦੀ ਹੈ। ਨਜ਼ੀਰ ਸਾਹਿਬ ਆ ਮਸਲੇ ਥੱਲੋਂ 3 ਰੁਪਏ ਵੀ ਨਿਕਲਣ ਲੱਗੇ ਜੇ। 1 ਮਿੰਟ मोहम्मद इसाक साहिब रहते, तंगदस्ती की कैफियत थी। एक दिन एक बेटी मिलने आ गई, चंद दिन के बाद दूसरी बेटी मिलने आ गई, चंद दिन के बाद तीसरी बेटी मिलने आ गई। 2-4 दिन गुजरे, तीनों बेटियों के खावन एक ही दिन आ गए अपनी अपनी बीवियों को लेने के लिए। रात को मेहमानों ने खाना खाया, घर के अफराद तो सो गए, मगर मौली साहब को नींद नहीं पड़ रही थी। उन्हें ये बेचैनी खाए जा रहे थे, मेरी जेब खाली है। सुबह तीनों बेटियों ने अपने अपने खामदों के साथ अपने ससुराल को रवाना होना है। मैं क्या दे के इन्हें घर से रवाना करूंगा? इसी परेशानी के आलम में वुजू किया, अंदर कोठड़ी में चले गए, अल्लाह की बारगाह में झुक गए, दुआओं में मगन हो गए। जब उन्हें गिरियाज़ारी करते हुए ये इत्मीनान नसीब हो गया कि मेरी दुआ बारगाहे उलूहियत में शर्फ़े कबूल पा गई है, उठे, जाए नमाज उठाया, जाए नमाज के नीचे 10-10 रुपए के 3 नए नोट पड़े थे, उनको पकड़ा। जी नज़ीर साहब 10 नਵੇਂ ਨੋਟ ਕਿੱਥੋਂ ਨਿਕਲ ਆਏ ਨੇ, ਇਹ ਵੀ ਦੱਸਿਓ। ਇਹ ਦੱਸੋ ਇਹ ਕਿੱਥੋਂ ਆਇਆ ਸੀ? ਇੱਥੇ ਹੀ ਦੇਖੋ ਮਿਲੇ ਨੇ ਨਾ, ਜ਼ਮੀਨ ਤੇ ਹੀ ਨਾ, ਉਤੋਂ ਆਸਮਾਨ ਤੋਂ ਉਤਰਦੇ ਨਹੀਂ ਮਿਲਿਆ ਸੀ। ਉਹਨਾਂ ਨੂੰ ਵੀ ਜ਼ਮੀਨ ਤੇ ਮਿਲੇ ਜਿਨ੍ਹਾਂ ਦਾ ਇਨਕਾਰ ਕਰੀ ਜਾਂਦੇ ਹੋ। ਉਹ ਜਾਣ ਦਿਓ, ਕਸਮ ਖੁਦਾ ਦੀ 20-25 ਸਾਲ ਹੁਣ ਅੱਲਾ ਮੀਆਂ ਦੀ ਦਾਵਤ ਸੁਣੋ ਜੀ, ਅੱਲਾ ਮੀਆਂ ਦੀ ਦਾਵਤ। ਇੱਕ ਮਿੰਟ ਠਹਿਰੋ ਯਾਰ, 20-25 ਸਾਲ ਹੋ ਗਏ ਨੇ ਕੈਮਰੇ ਜਦੋਂ ਤੇ ਆਏ ਨੇ ਨਾ, ਕੋਈ ਮੁਜਜ਼ਾ ਨਹੀਂ ਹੁੰਦਾ, ਕੋਈ ਕਿਸੇ ਪੀਰ ਦੀ ਘੋੜੀ ਨਹੀਂ ਦੌੜਦੀ, ਕੋਈ ਕਿਸੇ ਦੀ ਕੰਧ ਨਹੀਂ ਦੌੜਦੀ, ਕੋਈ ਕਿਸੇ ਦੇ ਰੁਪਈਏ ਨਹੀਂ ਨਿਕਲਦੇ। ਇਹ ਸਾਰੀਆਂ ਕਹਾਣੀਆਂ ਪਤਾ ਨਹੀਂ ਕਿੱਥੋਂ ਬਣਾ ਲਈਆਂ ਲੋਕਾਂ ਨੇ, ਮੈਂ ਤਾਂ ਪਰੇਸ਼ਾਨ ਹੋ ਗਿਆ। ਕੋਈ ਅੱਲਾ ਦੇ ਬੰਦੇ ਅੱਲਾ ਨਾਲ ਤਾਲੁਕ ਪੈਦਾ ਕਰਨ, ਅੱਲਾ ਨਾਲ ਮੁਹੱਬਤ ਕਰਦੇ ਹੋਏ ਮੈਂ ਚੈੱਕ ਕਰ ਹੁਣ, ਜਦੋਂ ਅੱਲਾ ਤਾਲਾ ਕੁਰਾਨ ਚ ਕਹੇ ਉਦੋਂ ਇਹਨਾਂ ਨੇ ਨਹੀਂ ਮੰਨਣਾ। ਆਪਣੀਆਂ ਕਹਾਣੀਆਂ ਆਉਣ ਤੇ ਅੱਲਾ ਨਾਲ ਤਲਕ ਕਰੋ ਪੈਦਾ। ਮੋਮਿਨ ਬਣ, ਮੋਮਿਨ ਹੈ ਕਾਦੀਆਨੀਅਤ। ਉਹ ਮੋਮਨ ਦੇ ਅੱਖੋਂ ਜੇ ਲੱਗਦੇ ਆ, ਜਦੋਂ ਅੱਲਾ ਕੁਰਾਨ ਚ ਕਹਿ ਰਿਹਾ ਉਹ ਕਿਉਂ ਨਹੀਂ ਮੰਨਦੇ ਤੁਸੀਂ? ਜ਼ਿਆ ਭਾਈ ਇੱਕ ਮੁਬਸ਼ਰ ਕਾਲੋਂ ਦੇ ਕਹਿਣ ਨਾਲ ਮੰਨ ਲੈਂਦੇ ਹੋ। ਅੱਲਾ ਨਾਲ ਤਾਲੁਕ ਮਿਰਜ਼ਾ ਸਾਹਿਬ ਦਾ ਸਭ ਤੋਂ ਵੱਡਾ ਮੌਜਜ਼ਾ ਦੁਆ ਸੀ ਅੱਲਾਹ ਤਾਲਾ। ਅੱਛਾ ਜੀ ਇਹ ਹੁਣ ਸੁਣੋ, ਅੱਲਾ ਮੀਆਂ ਕੀ ਦਾਵਤ ਸੁਣੋ ਜ਼ਰਾ, ਮਾਈਕ ਬੰਦ ਕਰੋ। ਨਜ਼ੀਰ ਸਾਹਿਬ ਇਹ ਜਿਹੜੇ ਸ਼ਹਿਜ਼ਾਦਾ ਅਬਦੁਲ ਲਤੀਫ ਸਨ, ਉਹਨਾਂ ਦੇ ਜਦੋਂ ਸੰਸਾਰ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਲਾਸ਼ ਕੱਢੀ ਸੀ, ਉਸ ਤੇ
ਕਸਤੂਰੀ ਦੀ ਖੁਸ਼ਬੂ ਕਿਸ ਨੇ ਸੱਟੀ ਸੀ? ਮਿਰਜ਼ਾ ਸਾਹਿਬ ਨੇ ਕਿਤਾਬ ਵੀ ਲਿਖਿਆ ਕਿ ਉੱਥੋਂ ਕਸਤੂਰੀ ਦੀ ਖੁਸ਼ਬੂ ਆ ਰਹੀ ਸੀ। ਜੀ ਜੀ ਅਗਲੀ ਗੱਲ ਸੁਣਨ ਵਾਲੀ ਇੱਕ ਮਿੰਟ ਜੀ ਨਜ਼ੀਰ ਸਾਹਿਬ ਅਗਲੀ ਵੀ ਸੁਣਿਓ ਜ਼ਰਾ ਇਸੇ ਦੀ ਨੋਟਾਂ ਵਾਲੀ ਮਸ਼ੀਨ ਵਾਲੀ में शर्फ़े कबूल पा गई है। उठे, जाए नमाज उठाया, जाए नमाज के नीचे 10-10 रुपए के 3 नए नोट पड़े थे, उनको पकड़ा, लपेटा, जेब में डाला और जाके सो गए। दोस्तों, क्या उस कोठड़ी में, क्या उस जाए नमाज के नीचे नोट बनाने की मशीन लगी हुई थी? माशाल्लाह नहीं, नहीं, वहां कोई मशीन नहीं थी, कुछ भी नहीं था, मगर कौन फयकून का मालिक खुदा, उसकी उस इंसान के साथ दोस्ती थी। हाँ जी नज़ीर साहब ਹੁਣ ਦੱਸੋ ਜੀ। ਅੱਲਾ ਬਸ ਅੱਲਾ ਆਪਣੇ ਬੰਦਿਆਂ ਨਾਲ ਸਲੂਕ ਕਰਦਾ ਹੈ ਭਾਈ, ਜਿਹੜੇ ਜਿਨ੍ਹਾਂ ਦੀ ਸੁਣਦਾ ਹੈ ਉਹਨਾਂ ਨੂੰ ਇਹ ਜਵਾਬ ਦਿੰਦਾ ਇਸ ਤਰੀਕੇ ਦੇ। ਹਾਂ ਬਿਲਕੁਲ ਤੇ ਲੇਕਿਨ ਕੁਰਾਨ ਚ ਅੱਲਾ ਦੱਸੇ ਤੇ ਉਹ ਕਹਾਣੀਆਂ ਨੇ ਹੈ ਨਹੀਂ ਕਿੰਨੇ ਉਹ ਭਾਈ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ। ਤੁਸੀਂ ਨਜ਼ੂਲ ਤੋਂ ਮੁਰਾਦ ਲੈਂਦੇ ਹੋ ਕਿ ਅਸਮਾਨ ਤੋਂ ਨੋਟ ਅੱਲਾਹ ਤਾਲਾ ਦੇ ਕੁਨ ਫਯਕੂਨ ਦੇ ਮਾਲਕ ਨੇ, ਉਹ ਵੀ ਅੱਲਾਹ ਤਾਲਾ ਨੇ ਕੁਨ ਕਹਿ ਕੇ ਭੇਜੇ ਸੀ। ਕੁਨ ਫਯਕੂਨ ਇੱਕ ਮਿੰਟ ਚੁੱਪ ਕਰਿਆ ਜੇ ਕੁਨ ਫਯਕੂਨ ਇੱਥੇ ਹੀ ਹੋ ਜਾਂਦਾ, ਜ਼ਮੀਨ ਤੇ ਹੀ ਸਭ ਕੁਝ ਹੋ ਜਾਂਦਾ ਹੈ। ਨਹੀਂ ਤੇ ਨਜ਼ੀਰ ਸਾਹਿਬ ਬਾਕੀ ਪੂਰੀ ਦੁਨੀਆ ਤੇ ਉਹਨਾਂ ਤੋਂ ਬਾਅਦ ਕੋਈ ਨਹੀਂ ਐਸਾ ਬੰਦਾ ਅੱਜ ਤੱਕ ਪੈਦਾ ਹੋਇਆ ਜਿਹਦਾ ਰੱਬ ਨਾਲ ਤਲਕ ਇਸ ਤਰ੍ਹਾਂ ਦਾ ਨਾ ਹੋਵੇ। ਅੱਛਾ ਜੀ, ਇਹ ਜ਼ਰਾ ਅਸਮਾਨੀ ਖਾਨਾ ਅੱਲਾਹ ਮੀਆਂ ਦੀ ਦਾਵਤ ਸੁਣੋ ਜੀ ਜ਼ਰਾ। अल्लाह मियाँ की दावत, माइक बंद करो जरा। अल्लाह मियाँ की दावत। कौन है तुम? अल्लाह मियाँ की दावत, ज़हीर खान की बेटी। चलो छोड़ो। हजरत हकीम मौलवी नूरुद्दीन साहब रज़ियल्लाहु ताला अन्हो एक बार सफर में थे। 3 दिन हो गए और आपको खाना ना मिल सका। मगरिब का वक्त हुआ तो आप एक मस्जिद में चले गए। नमाज के बाद आप भूख से बेहाल वहां बैठे थे कि बाहर से आवाज आई, नूरुद्दीन नूरुद्दीन ये खाना आकर पकड़ लो। आपने देखा तो एक ट्रे में बहुत सारा मजेदार खाना रखा हुआ था। आपने वो खाना खा लिया। आप फरमाते हैं कि मैंने किसी से नहीं पूछा कि ये किसने भेजा है और कहाँ से आया है, क्योंकि मुझे इल्म था कि खुदा ने भेजा है। फरमाते हैं कि मैंने खाने का बर्तन मस्जिद की दीवार के साथ लटका दिया। जब मैं 8-10 दिन के बाद वापस आया तो वो बर्तन वहीं लटका हुआ था और मुझे यकीन हो गया कि वो खाना मुझे खुदा ने ही भेजा था। इस तरह काम करता था अल्लाह मियां के। हाँ जी, ये मनो सलवा को मनो सलवा खुदा ने खाना भेजता जी। हुन दसो। हाँ जी, ये मनो सलवा आप समझ आइए कैसे मिलता है। ਓਏ ਅੱਲਾ ਰਹਿਮ ਕਰੇ ਮਰਜ਼ੀ ਤੁਹਾਡੇ ਤੇ। ਜਦੋਂ ਅੱਲਾ ਦਾ ਕਲਾਮ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ, ਦੱਸਿਆ ਕੁਰਾਨ ਚ ਅੱਲਾਹ ਤਾਲਾ ਫਰਮਾਂਦਾ ਮਨੋ ਸਲਵਾ ਨਾਜ਼ਲ ਕੀਤਾ, ਤੇ ਤੁਸੀਂ ਕਹਿ ਰਹੇ ਸੀ ਕਹਾਣੀਆਂ। ਹੁਣ ਕਹਿ ਰਿਹਾ ਮਨੋ ਸਲਵਾ ਸਮਝ ਆਈ ਹੈ ਕਿੰਜ ਆਇਆ ਸੀ? ਉਹ ਕਹਾਣੀਆਂ ਤੋਂ ਮੁਰਾਦ ਤੁਹਾਨੂੰ ਸਮਝ ਨਹੀਂ ਲੱਗ ਰਹੀ। ਕਹਾਣੀਆਂ ਤੋਂ ਮੁਰਾਦ ਇਹ ਹੈ ਕਿ ਤੁਸੀਂ ਕਹਿੰਦੇ ਹੋ ਅਸਮਾਨ ਤੋਂ ਗਿਰਦਾ ਹੈ, ਉੱਤੋਂ ਗਿਰਦਾ ਹੈ। ਅਸਤਗਫਿਰੁल्लाह ਅਲਅਜ਼ੀਮ, ਅਸਤਗਫਿਰੁल्लाह। ਨਜ਼ੀਰ ਸਾਹਿਬ ਤੁਹਾਡੀ ਤੁਸੀਂ ਐਸੇ ਮਲੰਗ ਹੋ ਜੇ ਹੁਣੀ ਤੁਹਾਡਾ ਮੁਬਸ਼ਰ ਕੱਲ ਨੂੰ ਕਹਿ ਦੇਵੇ ਨਾ ਕਿ ਅਸਮਾਨ ਤੋਂ ਹੱਥ ਥੱਲੇ ਆਇਆ ਸੀ ਤੇ ਉਸ ਹੱਥ ਦੇ ਵਿੱਚ ਸ਼ੈ ਸੀ ਤੇ ਉਹਨੇ ਫੜ ਲਈ, ਤੇ ਤੁਸੀਂ ਉਹ ਵੀ ਮੰਨ ਲੈਣਾ। ਐਸੇ ਮਲੰਗ ਹੋ ਤੁਸੀਂ। ਸਿਰਫ ਅੱਲਾਹ ਦੀ ਗੱਲ ਨਹੀਂ ਮੰਨਣੀ, ਕੁਰਾਨ ਦੀ ਤੁਸੀਂ ਨਹੀਂ ਮੰਨਣੀ। ਜਿੰਨੀਆਂ ਕਹਾਣੀਆਂ ਮੁਬਸ਼ਰ ਕੱਲ ਨੇ ਸੁਣਾਈਆਂ ਸਾਰੀਆਂ ਮੰਨ ਲਈਆਂ ਤੂੰ। ਅੱਛਾ, ਮਨੋ ਸਲਵਾ ਅੱਲਾਹ ਦੀ ਨਹੀਂ ਮੰਨਣੀ ਬਸ। ਬਕਰਾ ਆਪਣੇ ਜੀ ਇਹ ਲਿਖਿਆ ਹੋਇਆ ਜੀ, वमा उनज़ला मिनल समवा, और उतारा आसमान से पानी। पानी और आसमान तो दुनिया पूरी सूरा मायदा अल्लाह ताला ने कुरान पाक च नाज़िल फरमाई है। पूरी सूरा मायदा ओए गल कुरान नु इधर सुनो जी नज़ीर साहब, वेखो हुण कुरान पाक मनदे हो या इनकार करदे हो। पूरी सूरा मायदा अल्लाह ताला ने कुरान पाक दे विच अल्लाह ताला नाज़िल फरमाई है। 7वें आसमान तो आंदा है पानी, कित्थों आंदा है? ए की लिखिया होया ਤੁਹਾਨੂੰ ਦੱਸਦੇ ਆ, ਇੱਕ ਮਿੰਟ ਸੁਣੋ ਜ਼ਰਾ ਕੀ ਅੱਲਾਹ ਤਾਲਾ ਫਰਮਾ ਰਿਹਾ। ਸਮਝਣ ਦੀਆਂ ਗੱਲਾਂ ਨੇ ਨਾ, ਤੁਹਾਨੂੰ ਸਮਝ ਨਹੀਂ ਲੱਗਦੀ। ਇਹੀ ਤੇ ਸਮਝਣ ਦੀ ਗੱਲ ਹੈ ਕਿ ਪਾਣੀ ਵੀ ਜ਼ਮੀਨ ਤੋਂ ਹੀ ਆਂਦਾ ਹੈ ਭਾਈ। ਮਾਫੀ ਦੇ ਦੇ ਉਸਤਾਦ।
ਫਿਰ ਹੁਣ ਤੁਹਾਨੂੰ ਫਿਰ ਅੱਲਾ ਹੀ ਸਮਝਾਏ ਬਈ, ਫਿਰ ਹੁਣ ਅਸੀਂ ਕੀ ਸਮਝਾ ਸਕਦੇ ਹਾਂ। آج والا دن جڑا ہے نا مرزائیاں واسطے مشکل آئی ہم یہ واسطے کل حقیقت ہے. اچھا چلو ٹھیک ہے، آج صحیح ہے بھائی. آج واسطے دن بہت بیٹھا. سنو ذرا، اللہ تعالیٰ فرما رہا ہے قرآن پاک، جہاز ایک پر منٹ آپ دوست نے حملہ کر دیا ہے اور جہاز ڈوب رہا ہے، اس لیے یہ کناروں کے ساتھ کشتیاں لگی ہوئی ہیں، ایک ایک کشتی پکڑنا، اس میں سوار ہو جانا، پھر آپ جانے اور آپ کا مقدر. یہ کشتی آپ کو جہاں لے جائے وہ آپ کا مقدر، میں اس سے زیادہ کچھ نہیں کر سکتا جہاز کے کپتان کی حیثیت. تمام مسافر سراسیمہ ہوئے، سب کو موت اپنے سامنے رقص کرتی دکھائی دے رہی تھی. مفتی صاحب بھی یہ اعلان سن کر اپنے کیبن میں چلے گئے، اللہ کی بارگاہ میں دعاؤں میں لگ گئے. دعاؤں کے دوران غنودگی کی کیفیت طاری ہوئی. فرشتے نے مخاطب کر کے کہا، صادق یقین کرو یہ جہاز صحیح سلامت پہنچے گا. حضرت مولوی نذیر احمد صاحب مبشر گھانا میں مبلغ تھے. ایک علاقے سے اطلاع آئی کہ غیر احمدیوں نے جلوس نکالے علاقے میں اور نظم کی صورت میں گانے گاتے پھر رہے ہیں کہ مہدی نہیں آیا. کیوں؟ زلزلہ نہیں آیا. لو جی، میرے خیال ہے انہوں نے شاید زا جمیل بھائی تو شاید نیٹ کا. سنو جی ہن ذرا ویکھیے بھلا، ہن مرزئی مانتے آ، یہ کہانیاں ساریاں مرزئیاں نے تہاڈے سامنے مان لئیاں. اللہ تعالیٰ قرآن پاک چ فرما رہا ہے، بھلا مرزئی مانتے کہ نہیں مانتے؟ اللہ تعالیٰ فرما رہا ہے چپ کر کے سن لا یار تقریراں، تیرے جو حال ہو رہا ہے نا ساری دنیا ویکھ رہی ہے. اچھا چلے سناؤ جی، سناؤ تقریر سناؤ، تسی سناؤ. اذ قال الحواریون یا عیسی ابن مریم هل یستطیع ربک ان ینزل علینا مائدۃ من السماء. جب کہا حواریوں نے، اے عیسیٰ ابن مریم، کیا ایسا کر سکتا ہے تمہارا رب کہ اتارے ہم پر آسمان سے کھانا، مائدہ خوان. قال اتقوا اللہ ان کنتم مؤمنین. کہا عیسیٰ علیہ السلام نے، ڈرو اللہ سے اگر تم مومن ہو. یہاں ایک بات بتاؤں، وہ جو یہ قادیانی ڈرامے بازی کرتے ہیں نا، جہاں نبی پاک صلی اللہ علیہ وسلم سے جو ہے وہ کفار نے سوال کیا تھا کہ آسمان پہ چڑھ جاؤ، تو وہ آگے نبی پاک صلی اللہ علیہ وسلم نے فرمایا تھا کہ اللہ پاک ہے. تو یہ کہتے ہیں چونکہ نبی پاک صلی اللہ علیہ وسلم نے فرمایا اللہ پاک ہے، اس کا مطلب ہے اللہ تعالیٰ آسمان پہ نہیں لے جا سکتا. اب وہی مرزئی منطق یہاں پہ لاگو ہو تو حضرت عیسیٰ علیہ السلام نے بھی وہی کہا جواب میں، قال اتقوا اللہ ان کنتم مؤمنین، اللہ سے ڈرو اگر تم مومن ہو. اب مرزئی منطق کے مطابق کیا بنے گا جی؟ کھانا نہیں ہے اللہ تعالیٰ آسمان سے اتار سکتا، اور یہ کہتے بھی یہی ہیں. آگے اللہ تعالیٰ فرماتا ہے، قالوا نريد ان ناكل منها وتطمئن قلوبنا ونعلم ان قد صدقتنا ونكون عليها من الشاہدین. اور کہا انہوں نے، ہم چاہتے ہیں ان ناكل منها کہ کھائیں اس میں سے، وتطمئن قلوبنا اور اطمینان حاصل کریں دلوں کا، ونعلم ان قد صدقتنا ونكون عليها من الشاہدین، اور ہم جان لیں کہ یقیناً تم نے سچ کہا ہے اور ہم اس پر گواہ بن جائیں. قال عیسیٰ ابن مریم اللہم ربنا انزل علینا مائدۃ من السماء تکون لنا عیدا لاولنا وآخرنا وآیۃ منک وارزقنا وانت خیر الرازقین. کہا عیسیٰ ابن مریم نے، اے اللہ، اے میرے رب، اے ہمارے رب، نازل فرما ہم پر ایک خوان آسمان سے جو بن جائے ہمارے لیے عید، ہمارے پہلوں کے لیے اور ہمارے پچھلوں کے لیے، اور ہو نشانی یعنی معجزہ تیری طرف سے، اور رزق دے ہمیں، بے شک تو ہی بہترین رزق دینے والا ہے. آگے اللہ تعالیٰ کیا فرماتا ہے؟ قال اللہ انی منزلها علیکم. کہا اللہ تعالیٰ نے کہ میں ضرور اتاروں گا تم پر
فمن یکفر بعد منکم فانی اعذبہ عذاب اللہ اعذبہ احدا من العالمین، پھر جس نے ناشکری کی، کفر کیا، پھر جس نے انکار کیا، بعد منکم اس کے بعد تم میں سے، فانی اعذبہ عذاب اللہ اعذبہ احدا من العالمین، تو میں تمہیں ایسا عذاب دوں گا کہ جو کسی کو نہیں دیا ہوگا عالمین میں سے۔ لو جی، حضرت عیسیٰ علیہ السلام سے حواریوں نے کہا کہ کیا ایسا ہو سکتا ہے کہ آسمان سے ہمارے لیے کھانا آ جائے؟ حضرت عیسیٰ علیہ السلام نے اللہ تعالیٰ سے دعا کی کہ اے اللہ آسمان سے ہم پر خوان نازل فرما۔ اللہ تعالیٰ فرماتا ہے میں اتارتا ہوں، میں ضرور اتاروں گا، لیکن اس کے بعد جس نے انکار کیا پھر اس کو ایسا عذاب دوں گا جیسا کسی کو نہ دیا ہوگا۔ ہاں جی بتائیں جی، ذرا آسمان سے کھانا آ سکتا ہے کہ نہیں نذیر صاحب؟ جی ساری چیزیں جو ہیں نا آسمان سے آتی ہیں، سب کچھ آسمان سے آتا ہے۔ شکر مان گیا۔ سمجھ آئی آپ لوگوں کو؟ انا للہ و انا الیہ راجعون، یہ مرزیت کا اصل چہرہ ہے۔ اللہ کی طرف سے سب کچھ جو اس نے یہ پیدا کی ہے، ساری چیزیں یہ اللہ کی طرف سے آتی ہیں۔ یار ایک بات بتاؤ بھائی، ہاں آپ سمجھ آئیے آپ کو؟ تو نذیر صاحب جائیں، خدا سے ڈر جائیں، خدا سے ڈر جائیں۔ مبشر کالوں کی کہانیوں پہ آپ نے بالکل یقین کر لیا ہے، اللہ کا کلام آیا تو اب آپ طویلیں کرنے کے چکروں میں ہیں۔ بندوں کی مان لی ہے، اللہ کی نہیں مانی۔ اللہ تعالیٰ نے اس لیے تو اللہ تعالیٰ نے فرمایا نا کہ اگر تم اس کے بعد کفر کرو گے تو ایسا عذاب دوں گا جو دنیا میں کسی کو نہ دیا ہوگا۔ زمین پہ جو کچھ بھی ہوتا ہے وہ آسمان سے ہی آتا ہے۔ یہ تمہاری اصل چہرہ ہے نذیر صاحب، یہ اصلیت ہے تم لوگوں کی۔ ہر حکم کا جو نزول، ہر چیز ابھی تمہارا مبشر کالوں میں نے کہا نا، ابھی کہہ دے کہ آسمان سے ہاتھ نیچے لٹکا تھا اور اس میں سے کھانا تھا تو وہ اس نے پکڑ لیا، تم نے وہ بھی مان لینا ہے۔ زمین پہ جو آپ اس کذاب کی مان لینی ہے، زمین پہ اللہ کے قرآن کی نہیں مان لینی۔ زمین پہ جو آپ گندم اگاتے ہو یہ بھی آسمان سے، اس کا بھی آسمان سے نزول ہے۔ یہ اللہ تم لوگوں کی حالتوں پر رحم کرے، ہم بس دعا ہی کر سکتے ہیں۔ اب صحیح اللہ تعالیٰ نے فرمایا نا، ختم اللہ علی قلوبہم وعلی سمعہم وعلی ابصارہم غشاوہ، مہریں لگ چکی ہیں ان کے دلوں پر، کانوں پر، سماعتوں پر۔ جو کچھ زمین پر ہوتا ہے یہ سب نزول ہے آسمان سے۔ ضیاء بھائی، اچھا یار ملائکہ کہاں سے آتے ہیں بھائی جان؟ وہ بھی زمین سے جی، بتا تو رہے ہیں یہ نذیر صاحب جی۔ اللہ بات سنیں، اللہ کوئی فاصلے پر بیٹھا ہے کہ وہاں سے نزول چیز ہوتی ہے وہ گراتے ہیں۔ ابھی جو ہے نا، یہ تھوڑی دیر پہلے کہہ رہے تھے کہ وہ مولوی جو ہے نا وہ بات نذیر صاحب سنا رہے تھے کہ جی وہ چاند پہ نہیں جا سکتا کوئی۔ ہاں مولوی صاحب سے ہم پوچھتے تھے، مولوی صاحب کہتے تھے چاند پہ نہیں جا سکتا۔ یہ تو ابھی بات کر رہے ہیں نا آپ عام ایک ٹیچر کی، تمہارے مرزا صاحب نے یہ بات کہی ہوئی ہے کہ کوئی بندہ، کوئی بشر اس زمین سے باہر جا ہی نہیں سکتا۔ وہ جو تھے ٹیچر، وہ تو عام انسان تھے نا، ان پہ کر رہے ہو تم تمسخر، اب کرو مرزا صاحب پہ بھی، اس نے بھی یہی بات کی ہوئی ہے۔ ہاں بالکل، وہ قرآن کریم میں لکھا ہوا ہے کہ آپ ایک حد تک جاؤ گے اے انسان، اس سے آگے نہیں جا سکتا۔ تو مرزا صاحب کہہ رہے تھے کہ مدار زمین سے باہر ہی نہیں نکل سکتا انسان۔ وہی مراد ایک حد تک جو اللہ تعالیٰ نے کائنات بنائی ہے، اللہ تعالیٰ نے یہ جو کائنات بنائی ہے اس کو ایک حد تک تسخیر کر سکتے ہو، ورنہ اس سے آگے نہیں جا سکتے آپ۔ مرزا صاحب تو کہتے ہیں مدار زمین سے ہی باہر نہیں نکل سکتا۔ ہاں نہیں، مراد مدار زمین سے مراد وہی ہے نا کہ زمین کے ارد گرد ہی رہو گے، وہ ایک تو ارد گرد وہ تو چاند پہ چلا گیا انسان۔ ہاں تو چاند زمین کے ارد گرد۔ ٹیچر کہے تو اس کا تمسخر اڑانا ہے، مرزا غلام قادیانی کہے تو مسیح موعود ہے۔ اچھا بات سنیں، آپ کے اب مولوی جو فتویٰ دیتے ہیں کہ زمین گول گھوم نہیں رہی ہے، یہ آپ صحیح کہتے ہیں؟ او بس کر ٹک جا یار، جا دیکھیں کام کر جا کے۔ بریلوی بھائیوں کا کہاں تم لوگوں نے کہ زمین عام ایک بندہ بات کرے اس کا تمسخر، اور اس کو نبی ماننا ہوا جو وہی بات کر رہا ہے اس کو نبی ماننا ہوا ہے۔ ساکن ہے، آپ کے مطابق زمین ساکن ہے، آپ مانتے ہیں؟ مرزا صاحب کے مطابق ہوا کی شکل گول ہے، ہوا کی شکل گول ہوتی ہے۔ اچھا ابھی ٹھہرو، آپ بتاؤ کہ زمین ساکن ہے۔ نہیں، مرزا صاحب کہتے ہیں ہوا کی شکل گول ہے، ہوا کی بھی شکل ہوتی ہے۔
आपके मुसलमान बरेलवी तबका ये मानता है कि जमीन साकिन भाई वो तो आम बंदे हैं जो मर्जी माने, उनका तो गलत भी हो जाए। तुम्हारा तो नबी कहता है हवा की शक्ल गोल है। मानो ना, फिर उनको मानो, उसको रिजेक्ट करो कि गलत बात किसको मानो? भाई गलत हो सकती है, हम तो 1000 बार कहते हैं। आम कोई साइंसदान हो, कोई भी हो, किसी की बात गलत हो सकती है। तो मौलवी तुम्हारा नबी कहता है हवा की शक्ल गोल है, हवा की गोल होती है शक्ल। मौलवी भी यही कहता था ना, कुफर है ये बात ना कहो कि भाई तुम्हारा नबी कहता है हवा की शक्ल गोल है। हाँ, फिर गोल है, गोल होती है हवा की शक्ल। जयपुर जो जमीन के जयपुर जो हवा की शक्ल गोल, हवा की भी होती है शक्ल। जमीन गोल है तो हवा भी गोल है। बहुत भाई हंसते सही मलंगो, आपकी हंसी मलंगो तुम्हारे जैसी ज़हनी मरीज कौम कभी नहीं गुजरी होनी। हवा के मिर्जा गुलाम का नहीं कहता हवा की शक्ल गोल होती है। अच्छा बात सुनो रमजान, जिस बंदे को ये नहीं पता कि हवा की भी शक्ल होती है कि नहीं होती, होती भी है और वो भी गोल होती है। रमजान का महीना है तो अल्लाह से दुआ करते हैं कि जिनकी शक्ल आपका गोल है तो तुम्हें तो अल्लाह ताला ने सही सीधा किया हुआ है ना, देख नहीं रहे? दुनिया, पूरी दुनिया में जलील हुए फिर रहे हो। रमजान में बढ़ के क्या दलालत हो तुम्हारे, क्या सही करे, गोल सीधा करे तुम लोग। देखो रमजान से रमजान में अल्लाह ताला से दुआ करो। आज बिल्कुल प्रूव हो गया कि शदोले जो हैं उनको शदोले है तो बैठे नजीर साहब, शदोला तो आप है सब तो बड़ा। मुबशर कालो कहानियां सुनाई जा रहा, वो तो अखा बंद करके यकीन कर रहा। ये जो अल्लाह दा कलाम आया ते तवीला, ਉਹ ਮੌਲਵੀ ਮਾਸਟਰ ਸਕੂਲ ਵਾਲਾ ਕਹੇ ਕਿ ਭਈ ਕੋਈ ਬੰਦਾ ਚੰਦ ਤੇ ਨਹੀਂ ਜਾ ਸਕਦਾ, ਉਹਦਾ ਕਰ ਰਿਹਾ ਤਮਸਕਰ। ਮਿਰਜ਼ਾ ਕਹੇ ਚੰਦ ਤੇ ਨਹੀਂ ਜਾ ਸਕਦਾ ਤੇ ਕਹਿੰਦਾ ਨਹੀਂ ਮਸੀਹ ਮਊਦ ਆ। ਮਿਰਜ਼ਾ ਗੁਲਾਮ ਕਾਦੀਆਨੀ ਕਹੇ ਜੀ ਹਵਾ ਦੀ ਸ਼ਕਲ ਗੋਲ ਆ, ਮਸੀਹ ਮਊਦ। ਇਹਨਾਂ ਦਾ ਮਿਰਜ਼ਾ ਸਾਹਿਬ ਨੇ ਇਹ ਵੀ ਕਿਹਾ ਕਿ ਮੇਰਾ ਅਕਦ ਜਿਹੜਾ ਮੁਹੰਮਦੀ ਬੇਗਮ ਨਾਲ ਨਾ ਆਸਮਾਨ ਤੇ ਵੀ ਹੋਇਆ, ਖਾਲਕ ਅਕਬਰ ਦੇ ਅਰਸ਼ ਤੇ ਵੀ ਹੋਇਆ, ਰਚਾਇਆ ਗਿਆ। ਉੱਥੇ ਚਲਾ ਗਿਆ ਮਿਰਜ਼ਾ। ਉੱਥੇ ਚਲੇ ਗਏ ਸਨ, ਉੱਥੇ ਗਏ ਸਨ ਹੈ ਈਸਾ ਅਲੈਹਿਸ ਸਲਾਮ ਦੀ ਤਰ੍ਹਾਂ ਉੱਤੇ ਗਏ ਸਨ। ਹਾਂ ਉੱਤੇ ਹੀ ਗਏ ਸੀ ਨਾ, ਉੱਥੇ ਹੀ ਅਰਸ਼ ਤੇ ਹੀ ਹੋਇਆ ਨਾ ਫਿਰ ਨਿਕਾਹ। ਉਹਨਾਂ ਦਾ ਮਤਲਬ ਕੋਈ ਫਿਰ ਇਹੀ ਤਾਂ ਤੁਹਾਨੂੰ ਅਰਸ਼ ਤੇ ਹੋਇਆ ਤੇ ਫਿਰ ਉੱਤੇ ਗਏ ਸਨ, ਉੱਤੇ ਹੋ ਕੇ ਆਏ ਨੇ ਵਾਪਸ। ਸੁਰਈਆ ਸਿਤਾਰੇ ਤੇ ਚਲਾ ਗਿਆ ਸੀ ਮਿਰਜ਼ਾ। ਸੁਰਈਆ ਸਿਤਾਰੇ ਤੇ ਕਿੰਨ ਚਲਾ ਗਿਆ ਸੀ? ਸੁਰਈਆ ਸਿਤਾਰੇ ਤੇ ਵਾਸਤੇ ਉਹ ਤਾਂ ਕਿੱਦਾਂ ਗਿਆ ਸੀ? ਉਹ ਹਦੀਸ ਵਿੱਚ ਹੈ ਨਾ ਕਿ ਸੁਰਈਆ ਸਿਤਾਰੇ ਤੇ ਜਦੋਂ ਈਮਾਨ ਚਲਾ ਜਾਏਗਾ ਤਾਂ ਉੱਥੋਂ ਵਾਪਸ। ਹਾਂ ਤੇ ਮਿਰਜ਼ਾ ਸਾਹਿਬ ਕਿੰਜ ਗਿਆ ਸੀ ਫਿਰ ਸੁਰਈਆ ਸਿਤਾਰੇ ਤੇ? हदीस क्यों फरमाया कि सुरैया ते किस तरह चला? नहीं क्या हदीस च नहीं फरमाया कि चला जाएगा ईमान सुरैया पर? झूठ ना मार। किथे फरमाया? हदीस में है कि अगर ईमान सुरैया पर भी होता, नहीं होता नहीं, हाँ अगर भी होता तो फिर क्या मतलब है? तुसी झूठ मार दो जी, चला जाएगा सुरैया से, ਤੁਹਾਡੇ ਝੂਠ ਨੇ। इधर हदीस लगाओ ना, की लफ्ज ने ਉਹ ਤੂੰ ਹਦੀਸ ਨੂੰ ਛੱਡ, ਤੂੰ ਦੱਸ ਮਿਰਜ਼ਾ ਸਾਹਿਬ ਕਿਦਾਂ ਗਏ ਸੁਰਈਆ ਸਿਤਾਰੇ ਤੇ? ਓਏ ਤੁਸੀਂ ਹਦੀਸ ਲਗਾਓ, ਕਿਉਂ ਡਰਦੇ ਹੋ ਮੇਰੇ ਭਾਈਓ? ਹਦੀਸ ਲਗਾਇਆ ਕਰੋ। ਤੁਸੀਂ ਤੁਹਾਡੇ ਅੱਗੇ ਹਦੀਸ ਕਿਉਂ ਲਾਈਏ? ਤੁਸੀਂ ਨਾ ਕੁਰਾਨ ਨੂੰ ਮੰਨੋ ਨਾ ਹਦੀਸ ਨੂੰ ਮੰਨੋ। ਅੱਲਾਹ ਦੇ ਮੁਬਸ਼ਰ ਕਾਲੋ ਦੀਆਂ ਕਹਾਣੀਆਂ ਸੁਣਿਆ ਕਰ। ਅੱਲਾਹ ਦੇ ਰਸੂਲ ਦੇ ਫਰਮਾਨ ਕੋਲ ਦੌੜ ਜਾਂਦੇ ਹੋ ਕਿਉਂ? ਮੈਨੂੰ ਇਹ ਦੱਸ ਵੀ ਇਹ ਮਿਰਜ਼ਾ ਸਾਹਿਬ ਸੁਰਈਆ ਸਿਤਾਰੇ ਤੇ ਕਿੰਜ ਗਏ ਸੀ? ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਤੋਂ ਕਿਉਂ ਦੌੜਦੇ ਹੋ? ਉਹ ਮਿਰਜ਼ਾ ਸਾਹਿਬ ਸੁਰਈਆ ਸਿਤਾਰੇ ਤੇ ਕਿੱਦਾਂ ਗਏ ਸੀ? ਇਹ ਤਾਂ ਦੱਸ ਦਿਓ। ਔਰ ਮੌਲਵੀ ਦੀ ਹਦਾਇਤ ਦੇ ਦੌੜ ਕੇ ਜਾਂਦੇ ਹੋ ਤੇ ਰਸੂਲullah ਦੀ ਹਦਾਇਤ ਕੋਲੋਂ ਦੌੜ ਜਾਂਦੇ ਹੋ, ਪੈ ਕੀ ਚੱਕਰ? ਰਸੂਲullah ਦੇ ਦਿੱਤੇ ਹੋਏ ਕੁਰਾਨ ਨੂੰ ਇਹ ਹੁਣੀ ਤੂੰ ਜਿੰਨਾ ਕੋ ਮੰਨਿਆ ਸਾਰੀ ਦੁਨੀਆ ਨੇ ਵੇਖਿਆ। ਮੌਲਵੀ ਦੀ ਦਿੱਤੀ ਹਦਾਇਤ ਤੋਂ ਦੌੜ ਕੇ ਜਾਂਦੇ ਉਹਦੇ ਕੋਲ ਤੇ ਰਸੂਲ। ਅੱਛਾ ਮਿਰਜ਼ਾ ਸਾਹਿਬ ਸੁਰਈਆ ਸਿਤਾਰੇ ਤੇ ਕਿੰਜ ਗਏ ਸੀ ਇਹ ਤਾਂ ਦੱਸ। ਨਹੀਂ ਮੈਂ ਕਹਿ ਰਿਹਾ ਕਿ ਮੌਲਵੀ ਦੀ ਹਦਾਇਤ ਰਾਕਟ ਚਾਕਟ ਤੇ ਬਹਿ ਕੇ ਗਏ ਸੀ ਜਾਂ ਕੋਈ ਹਵਾਈ ਜਹਾਜ਼ ਤੇ ਗਏ ਸੀ, ਕਿੱਦਾਂ ਗਏ ਸੀ? ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਹਦਾਇਤ ਕੋਲ ਦੌੜ ਜਾਂਦੇ ਹੋ, ਉਹ ਕਿਸ ਤਰ੍ਹਾਂ ਦੇ ਮੁਸਲਮਾਨ ਹੋ? ਯਾਰ ਮਿਰਜ਼ਾ ਸਾਹਿਬ ਦਾ ਤਾਂ ਦੱਸ ਦੇ, ਮਿਰਜ਼ਾ ਸਾਹਿਬ ਦੇ ਨਾਲ ਹੀ ਜਾਨ ਕਿਉਂ ਨਿਕਲਦੀ ਤੁਹਾਡੀ? ਉਹ ਜੇ ਨਬੀ ਮੰਨਿਆ ਜੇ ਨਾਲ ਹੀ ਤੁਹਾਨੂੰ ਇੰਜ ਕੰਨ ਖੁਰਕਣ ਲੱਗ ਪੈਂਦੇ ਹੋ, ਨਾ ਹੀ ਨਹੀਂ ਲੈਂਦੇ ਉਹਦਾ। ਪਿਆਰੇ ਮੁਸਲਮਾਨੋ, ਮਿਰਜ਼ਾ ਸਾਹਿਬ ਕਿੰਜ ਗਏ ਸੀ ਸੁਰਈਆ ਸਿਤਾਰੇ ਤੇ? ਜਿਸ ਤਰ੍ਹਾਂ ਈਮਾਨ ਗਿਆ ਸੀ। ਕਿੰਜ? ਜਿਸ ਤਰ੍ਹਾਂ ਈਮਾਨ ਗਿਆ ਸੀ ਸੁਰਈਆ ਸਿਤਾਰਾ ਤੇ ਜਹਾਜ਼ ਤੇ ਬਹਿ ਕੇ ਗਿਆ ਸੀ ਜਾਂ ਕੀ ਕੋਈ ਰਾਕਟ ਸ਼ਾਕਟ ਤੇ ਗਿਆ ਸੀ? ਇਹ ਫਿਰ ਅੱਲਾਹ ਦੇ ਰਸੂਲ ਕੋਲ ਪੁੱਛ ਲਓ। ਅੱਲਾਹ ਤਾਂ ਰਸੂਲ ਨੇ ਤਾਂ ਨਹੀਂ ਫਰਮਾਈ ਨਾ ਇਹ ਗੱਲ, ਇਹ ਤਾਂ ਝੂਠ ਤੁਹਾਡਾ ਵਾ ਨਾ। मिर्जा साहब के गए थे सुरैया सितारे से। मैं बस्ती में दाखिल होता हूँ, ये फौरन जंगल में दाखिल हो जाता है, तो ये तुम्हें कुछ नहीं करेगा, ये तो मेरी हिफाजत के लिए आए। ओसे आप ये बड़े ड्रामे ले लेते, छड्डो इन्हां नूं। सुना दे
ਅੱਛਾ ਸਾਡੇ ਗੱਲ ਸੁਣੋ, ਦੇਖੋ ਅੱਲਾਹ ਤਾਲਾ ਕਿਸ ਤਰ੍ਹਾਂ ਅਹਿਮਦੀਆ ਨਾਲ ਕਿਸ ਤਰ੍ਹਾਂ ਸਲੂਕ ਕਰ ਰਿਹਾ ਹੈ। ਇਹ ਫਰਕ ਹੈ। अस्सलाम वालेकुम यार, सलाम दा जवाब ते देख लो। वालेकुम अस्सलाम व रहमतुल्लाह। कौन दोस्त है जी? वालेकुम डॉक्टर साहब मैं एक सवाल पूछना सी, जरा पूछ सकना इजाजत है? जी जी पूछो जी। अस्सलाम वालेकुम डॉक्टर साहब, पूछो जी। बिस्मिल्लाह शूटर साहब, अस्सलाम जी। डॉक्टर साहब सवाल ये है कि दुनिया के उत्ते जितने भी अंबिया गुजरे, रसूल या नबी, किसी भी रसूल या नबी ने किसी दी मौत दी पेशीन कोई की है? हाँ जी, केड़े ने? नबी पाक सल्लल्लाहु अलैहि वसल्लम ने कीती सी। नबी पाक सल्लल्लाहु अलैहि वसल्लम ने कीती सी। कुरान दे विच है कि नहीं जिक्र? जी हदीस शरीफ च है जी, हदीस शरीफ च। अच्छा, और वो पेशेंट कोई पूरी हुई सी? मिर्जा साहब ने भी कीती सी भाईजान एक। बिल्कुल मीनो एक मिनट सर, यानी वो हदीस पूरी हुई सी, ठीक है जी? बिल्कुल मीनो अन पूरी हुई सी। ये तो होगी फिर सच्चे नबी दी दलील। अगर मैं नबूवत का दावा करा और मैं पेशीन गोई करा तुहाडी मौत दी कि तुसी फलानी तरीक नूं मर जाओगे, और अगर तुसी ना मरो तो फिर मैं की होवांगा? झूठा होवांगा। बिल्कुल मैं झूठा होवांगा ना। ਹਾਂ ਤੁਸੀਂ ਝੂਠੇ ਹੋਣਗੇ ਜੇ ਅਸੀਂ ਮੁਸਲਮਾਨ ਹੋਵਾਂਗੇ, ਤੇ ਜੇ ਅਸੀਂ ਮਰਜ਼ਈ ਹੋਵਾਂਗੇ ਫਿਰ ਅਸੀਂ ਕਹਾਂਗੇ ਮੈਂ ਦਿਲ 'ਚ ਡਰ ਗਿਆ ਸੀ ਤੇ ਤਾਂ ਪੇਸ਼ਗੋਈ नहीं वो बाद दियां गल्लां चलो वो बाद दा फैसला होगा कौन मुसलमान है तो कौन मतलब झूठा है। ओ नहीं, सवाल है कि मैं नबूवत दा दावा करके मैं पेशीन गोई करना, डॉक्टर साहब तुसी फलानी तरीक नूं फलाने टाइम मर जाओगे, ये मैं दावे तो पहला कोई ऐलान नहीं कीता। या तो मैं ये दावा करा कि डॉक्टर साहब तुसी फलानी तरीक नूं मर जाओगे, लेकिन एक गल याद है अगर तुसी बच गए ना तो फिर तुसी अंदरों अहमदी हो गए, अपना सॉरी अंदरों तुसी मैनूं मन लिया होगा जे तुसी बच गए। तो जे तुसी मर गए तो फिर तुसी मैनू नहीं मनिया, ठीक है ना? यानी ये गल पहला को नहीं की। डायरैक्ट मैं कह रहा हाँ कि तुसी डॉक्टर साहब फलानी तरीक नूं अगर तुसी मैं दावा करना कि तुसी फलानी तरीक नूं मर जाओगे, ठीक है जी? और अगर तुसी ना मरे तो मैं झूठा हाँ, ठीक है जी? तो जिस वेले तुसी नहीं मरदे तो मैं झूठा साबित हो गया। तुहानू लोगों ने कंधियां ते पा के पूरे बाजार च फराया तो मैं ऑलरेडी झूठा हो गया। हाँ जी डॉक्टर साहब, बिल्कुल जी मैं झूठा हो गया। हेलो, बिल्कुल जवाब तो दो। बिल्कुल झूठे साबित, मैं नहीं मारा तो मैं सिर्फ सवाल पूछ रहा हूँ डॉक्टर साहब, तो मैं फिर झूठा साबित हो गया ना? ਬਿਲਕੁਲ ਜੀ 100%। ਤੇ ਅਗਰ ਮੈਂ ਦੁਨੀਆ ਦੇ ਵਿੱਚ ਕਿਸੇ ਐਸੀ ਨਬੀ ਦੀ ਪੇਸ਼ੀਨ ਗੋਈ ਦੱਸ ਦੇਵਾਂ ਜਿਸਨੇ ਇਹ ਪੇਸ਼ੀਨ ਗੋਈ ਕੀਤੀ ਹੋਵੇ ਕਿ ਫਲਾਣੀ ਤਰੀਕ ਨੂੰ ਫਲਾਣਾ ਬੰਦਾ ਮਰ ਜਾਏਗਾ, ਔਰ ਅਗਰ ਨਾ ਮਰਿਆ ਤਾਂ ਮੈਂ ਝੂਠਾ ਵਾਂ, ਤੇ ਫਿਰ ਉਹ ਫਿਰ ਝੂਠਾ ਸਾਬਤ ਹੋ ਗਿਆ ਜੀ। ਬਿਲਕੁਲ ਜੀ, ਇਹ ਤਾਂ ਦੋ ਹਰਫੀ ਗੱਲ ਆ, ਪੜ੍ਹੀ ਲਿਖੀ ਗੱਲ ਆ ਜੀ, ਸਿੱਧੀ ਤੇ ਸਾਫ਼। ਜੀ ਬਹੁਤ ਸ਼ੁਕਰੀਆ, ਮੈਂ ਸਿਰਫ ਇਹ ਗੱਲ ਪੁੱਛਣੀ ਸੀ ਤੇ ਜਿਨ੍ਹਾਂ ਨੇ ਸੁਣੀ ਹੈ ਉਹ ਵੀ ਮਤਲਬ ਇਹ ਸੁਣ ਲੈਣ। ਅਗਰ ਮੇਰੇ ਕੋਲੋਂ ਰੈਫਰੈਂਸ ਮੰਗਣਾ ਚਾਹਣ ਤੇ ਮੈਂ ਫਿਲਹਾਲ ਨਹੀਂ, ਲੇਕਿਨ ਮੈਂ ਦੇਣਦਾਰ। ਮੈਂ ਪਿਛਲੀ ਇੱਕ ਹੋਰ ਬਰੋਡ ਤੇ ਗੱਲ ਕੀਤੀ, ਉੱਥੇ ਵੀ ਮੈਂ ਕਹਿ ਕੇ ਆਇਆ ਵਾਂ, ਕਿਉਂਕਿ ਮੈਂ ਅਸਲ 'ਚ ਕੰਮ ਕਰਦਾ 12 ਘੰਟੇ ਡਿਊਟੀ ਕਰੀ ਦੀ ਹੈ।